ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਆਓ ਜਪਜੀ ਸਾਹਿਬ ਦੀ ਅਗੰਮੀ ਵਿਆਖਿਆ ਦੇ ਨਾਲ ਜੁੜ ਕਰਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਇਹ ਅਗੰਮੀ ਬਾਣੀ ਜਪਜੀ ਸਾਹਿਬ ਦੀ ਪੌੜੀ 36 ਨੰਬਰ ਹੈ। ਮਹਾਰਾਜ ਇੱਥੇ ਉਪਾਸਨਾ ਕਰਨ ਵਾਲੇ ਜੋ ਮਹਾਤਮਾ ਨੇ ਉਹਨਾਂ ਦੀ ਅਵਸਥਾ ਬਾਬਤ ਸਾਨੂੰ ਚਾਨਣਾ ਪਾਉਂਦੇ ਨੇ। ਧਰਮ ਖੰਡ ਦਾ ਜ਼ਿਕਰ ਤੁਸੀਂ ਸੁਣ ਚੁੱਕੇ ਹੋ। ਗਿਆਨ ਖੰਡ ਦੀ ਵਿਆਖਿਆ ਪਿਛਲੀ ਪੌੜੀ ਵਿੱਚ ਤੁਸੀਂ ਸੁਣੀ ਹੈ। ਗਿਆਨ ਖੰਡ ਨਾਲ ਸੰਬੰਧਿਤ ਹੀ ਇਸ ਪੌੜੀ ਦੇ ਵਿੱਚ 2 ਪੰਕਤੀਆਂ ਨੇ। ਮਹਾਰਾਜ ਕਹਿੰਦੇ ਨੇ ਜਿਹੜੇ ਨੇਕ ਨਾਮੀ ਲੋਕ ਨੇ, ਨੇਕ ਕਰਮ ਧਰਮ ਦੇ ਅਨੁਸਾਰ ਕਰਨ ਵਾਲੇ ਨੇ, ਉਹਨਾਂ ਨੂੰ ਗਿਆਨ ਖੰਡ ਪ੍ਰਾਪਤ ਹੁੰਦਾ ਹੈ, ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਔਰ ਗਿਆਨ ਖੰਡੀਆਂ ਦੀ ਨਦਰ ਬੜੀ ਅਜ਼ਮਤੀ ਹੋ ਨਿਬੜਦੀ ਹੈ। ਖੰਡ ਬ੍ਰਹਿਮੰਡ, ਇੰਦਰ ਲੋਕ, ਸ਼ਿਵ ਲੋਕ, ਬ੍ਰਹਮ ਲੋਕ ਤਾਈਂ ਉਹਨਾਂ ਦੀ ਸਭ ਕੁਝ ਨਦਰ ਵਿੱਚ ਆ ਜਾਂਦਾ ਹੈ। ਕਹਿੰਦੇ ਉਹਨਾਂ ਦਾ ਜਿਹੜਾ ਗਿਆਨ ਹੈ, ਬੋਧ ਹੈ, ਇਲਮ ਹੈ, ਉਹ ਬੜਾ ਪ੍ਰਚੰਡ ਹੈ। ਪ੍ਰਚੰਡ ਦਾ ਭਾਵ ਹੁੰਦਾ ਹੈ ਜੋ ਬੜਾ ਤੀਬਰ ਹੋਵੇ। ਗਿਆਨ ਖੰਡੀਆਂ ਦਾ ਬੜਾ ਪ੍ਰਤਾਪ ਹੁੰਦਾ ਹੈ, ਬੜੀ ਅਜ਼ਮਤ ਦੇ ਮਾਲਕ ਹੁੰਦੇ ਨੇ। ਜਿਵੇਂ ਸੂਰਜ ਦੀ ਰੌਸ਼ਨੀ ਬੜੀ ਪ੍ਰਚੰਡ ਹੈ, ਹਨੇਰਾ ਉਡਾ ਦਿੰਦੀ ਹੈ। ਇੱਦਾਂ ਗਿਆਨ ਖੰਡ ਵਿੱਚ ਜਿਹੜੇ ਮਹਾਤਮਾ ਨੇ, ਉਹਨਾਂ ਦਾ ਗਿਆਨ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰ ਦਿੰਦਾ ਹੈ। ਗਿਆਨ ਪ੍ਰਚੰਡ ਬਲਿਆ ਘਟ ਚਾਨਣ, ਘਰ ਮੰਦਰ ਸੁਹਾਇਆ। ਵਿਕਾਰਾਂ ਦਾ, ਵਾਸ਼ਨਾਵਾਂ ਦਾ ਹਨੇਰਾ ਉਹਨਾਂ ਦੇ ਜ਼ਿਹਨ ਵਿੱਚ ਨਹੀਂ ਰਹਿੰਦਾ, ਔਰ ਉਹਨਾਂ ਦੀ ਸੰਗਤ ਕਰਨ ਵਾਲਿਆਂ ਦੇ ਮਨਾਂ ਵਿੱਚੋਂ ਵੀ ਅਗਿਆਨ ਦਾ ਹਨੇਰਾ ਮਿਟ ਜਾਂਦਾ ਹੈ। ਗੁਰੂ ਨਾਨਕ ਸਾਹਿਬ ਅੱਗੇ ਕਹਿੰਦੇ ਨੇ, ਤਿੱਥੈ ਨਾਦ ਵਿਨੋਦ ਕੋਡ ਆਨੰਦ। ਉਸ ਅਵਸਥਾ ਦੇ ਵਿੱਚ ਮਹਾਰਾਜ ਕਹਿੰਦੇ ਨੇ, ਸੁਤੇ ਸਿੱਧ ਹੀ ਨਾਦ ਸੁਣਾਈ ਦਿੰਦੇ ਨੇ।
ਜਿਸ ਕਰਕੇ ਉਹਨਾਂ ਦੇ ਜੀਵਨ ਵਿੱਚ ਆਨੰਦ ਰਹਿੰਦਾ ਹੈ। ਹੁਣ ਨਾਦ ਦਾ ਭਾਵ ਸਮਝਣ ਦਾ ਯਤਨ ਕਰਿਓ। ਨਦ ਧਾਤੂ ਤੋਂ ਬਣਿਆ ਹੈ, ਭਾਵ ਸ਼ਬਦ ਕਰਨਾ। ਧਵਨੀ, ਆਵਾਜ਼, ਸ਼ਬਦ, ਇਹ ਸਭ ਨਾਦ ਦੇ ਹੀ ਅਰਥ ਨੇ। ਦੋ ਮੁੱਖ ਭੇਦ ਨੇ ਨਾਦ ਦੇ, ਇੱਕ ਹੈ ਆਹਤ, ਦੂਸਰਾ ਹੈ ਅਨਾਹਤ। ਆਹਤ ਦਾ ਭਾਵ ਹੈ ਜੋ ਦੋ ਚੀਜ਼ਾਂ ਦੇ ਟਕਰਾਅ ਨਾਲ ਪੈਦਾ ਹੋਵੇ ਜਾਂ ਜੁਦਾ ਹੋਇਆਂ ਪੈਦਾ ਹੋਵੇ। ਮੰਨ ਲਓ ਹੱਥ 'ਤੇ ਹੱਥ ਰੱਖ ਕੇ ਤਾੜੀ ਮਾਰਦੇ ਹੋ, ਇਹ ਆਹਤ ਹੈ। ਵਾਂਸ ਲੈ ਕੇ ਉਹਨੂੰ ਚੀਰ ਦਿੰਦੇ ਹੋ ਤਾਂ ਉਹ ਆਵਾਜ਼ ਪ੍ਰਗਟ ਹੁੰਦੀ ਹੈ, ਇਹ ਆਹਤ ਹੈ। ਦੂਸਰਾ ਪੱਖ ਹੁੰਦਾ ਹੈ ਅਨਾਹਤ। ਅਨਾਹਤ ਦਾ ਮਤਲਬ ਹੈ ਜਦੋਂ ਕੋਈ ਮਹਾਤਮਾ ਚੌਂਕੜਾ ਲਾ ਕੇ ਮੈਡੀਟੇਸ਼ਨ ਵਿੱਚ ਬਹਿੰਦਾ ਹੈ, ਰੱਬ ਦੇ ਗੀਤ ਗਾਉਂਦਾ ਹੈ, ਉਹਦਾ ਮਨ ਇਕਾਗਰ ਹੋ ਜਾਂਦਾ ਹੈ। ਮਨ ਦੀ ਇਕਾਗਰਤਾ ਦੇ ਹੁੰਦਿਆਂ ਆਤਮਾ ਜੋ ਰਾਗ ਸਾਜ ਅਨੁਭਵ ਕਰਦੀ ਹੈ, ਉਹਦੇ ਲਈ ਕੋਈ ਛੈਣਿਆਂ ਦੀ ਲੋੜ ਨਹੀਂ, ਕੋਈ ਹਾਰਮੋਨੀਅਮ ਦੀ ਲੋੜ ਨਹੀਂ, ਕੋਈ ਸਿਤਾਰ ਦੀ ਲੋੜ ਨਹੀਂ। ਸੁਤੇ ਸਿੱਧੀ ਉਹਦੇ ਅੰਦਰ ਪਰਮ ਟਿਕਾਊ ਦੀ ਅਵਸਥਾ ਵਿੱਚ ਸਾਜ਼ ਵੱਜਦੇ ਰਹਿੰਦੇ ਨੇ। ਇਹ ਕੰਨਾਂ ਦਾ ਵਿਸ਼ਾ ਨਹੀਂ, ਇਹ ਕੰਨਾਂ ਨਾਲ ਨਹੀਂ ਸੁਣਦੇ, ਅੰਤਰ ਆਤਮੇ ਆਤਮ ਮੰਡਲ ਦੇ ਵਿੱਚ ਸੁਣਾਈ ਦਿੰਦੇ ਨੇ। ਜਿਹਨੇ ਇਸ ਅਵਸਥਾ ਨੂੰ ਮੰਨਣਾ ਹੈ ਉਹਨੂੰ ਚਿੱਤ ਨੂੰ ਇਕਾਗਰ ਕਰਨਾ ਸਿੱਖਣਾ ਪਵੇਗਾ। ਅਕਾਲ ਪੁਰਖ ਦੇ ਨਾਮ ਵਿੱਚ ਲਿਵ ਲਾਉਣੀ ਪਵੇਗੀ। ਸੋ ਇਹੀ ਸਾਧਨ ਹੈ ਉਹ ਨਾਦ ਸੁਣਨ ਦਾ। ਗੁਰਬਾਣੀ ਵਿੱਚ ਜਗ੍ਹਾ ਜਗ੍ਹਾ ਇਸ ਨਾਦ ਦਾ ਜ਼ਿਕਰ ਆਇਆ ਹੈ ਜੋ ਆਤਮ ਮੰਡਲ ਦਾ ਸੰਗੀਤ ਹੈ, ਕੰਨਾਂ ਦਾ ਵਿਸ਼ਾ ਨਹੀਂ, ਸਾਜ਼ਾਂ ਨਾਲ ਨਹੀਂ ਸੁਣਦਾ। ਮਹਾਰਾਜ ਕਹਿੰਦੇ ਨੇ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ। ਪਰਮਾਤਮਾ ਦਾ ਸਿਮਰਨ ਜਿਹੜਾ ਕਰਦਾ ਹੈ ਉਹਦੇ ਅੰਦਰ ਅਨਹਦ ਚੁਨਕਾਰ ਪੈਦਾ ਹੋ ਜਾਂਦੀ ਹੈ, ਸੰਗੀਤ ਪੈਦਾ ਹੋ ਜਾਂਦਾ ਹੈ। ਵੈਸੇ ਨਾਦ ਉਹਨਾਂ ਗੀਤਾਂ ਬਾਬਤ ਵੀ ਆਇਆ ਹੈ ਜਿਹੜੇ ਗੀਤ ਈਸ਼ਵਰੀ ਵਡਿਆਈ ਤੋਂ ਰਹਿਤ ਨੇ, ਜਿਨ੍ਹਾਂ ਨੂੰ ਸੁਣ ਕੇ ਮਨ ਅੰਦਰ ਕਾਮ ਵਾਸ਼ਨਾ ਤ੍ਰਿਸ਼ਨਾ ਪੈਦਾ ਹੁੰਦੀ ਹੈ। ਰਾਗ ਨਾਦ ਛੋੜ ਹਰ ਸੇਵੀਐ ਤਾਂ ਦਰਗਹ ਪਾਈਐ ਮਾਨ। ਗੰਦੇ ਮੰਦੇ ਗੀਤ ਛੱਡੋ, ਵਾਸ਼ਨਾ ਪੈਦਾ ਕਰਦੇ ਨੇ। ਪਰਮਾਤਮਾ ਦੇ ਗੀਤ ਗਾਓ, ਫਿਰ ਦਰਗਾਹ ਵਿੱਚ ਮਾਣ ਮਿਲੇਗਾ। ਖੈਰ, ਇੱਥੇ ਨਾਦ ਦਾ ਭਾਵ ਹੈ ਅਨਾਹਤ ਨਾਦ, ਭਾਵ ਆਤਮਕ ਮੰਡਲ ਦਾ ਸੰਗੀਤ, ਜਿਹਦੇ ਲਈ ਕੰਨਾਂ ਦੀ ਲੋੜ ਨਹੀਂ ਹੈ। ਨਾਮ ਅਭਿਆਸੀਆਂ ਨੂੰ ਸੁਣਦਾ ਹੈ, ਚਿੱਤ ਦੇ ਇਕਾਗਰ ਕੀਤਿਆਂ ਸੁਣਾਈ ਦਿੰਦਾ ਹੈ, ਜਿਹਨੂੰ ਤੁਸੀਂ ਪੰਜ ਸ਼ਬਦ ਵੀ ਕਹਿ ਦਿੰਦੇ ਹੋ। ਮਹਾਰਾਜ ਕਹਿੰਦੇ ਸੁਨ ਸਮਾਦ ਅਨਹਤ ਤਹਿ ਨਾਦ, ਕਹਿਣ ਨਾ ਜਾਈ ਅਚ ਰਜ ਬਿਸਮਾਦ। ਇਹ ਜਿਹੜਾ ਅਨਹਤ ਨਾਦ ਹੈ ਇਹਦਾ ਰਸ ਕੈਸਾ ਹੈ, ਆਨੰਦ ਕੈਸਾ ਦਿੰਦਾ ਹੈ। ਕਹਿੰਦੇ ਜ਼ੁਬਾਨ ਵਡਿਆ ਕੇ ਦੱਸ ਨਹੀਂ ਸਕਦੀ, ਉਹ ਲਫ਼ਜ਼ ਬਣੇ ਹੀ ਨਹੀਂ। ਐਸਾ ਆਨੰਦ ਹੈ ਉਸ ਅਵਸਥਾ ਦੇ ਵਿੱਚ, ਜਿਵੇਂ ਗੁੰਗੇ ਨੇ ਮਠਿਆਈ ਖਾਧੀ ਹੋਵੇ ਨਾ, ਤੋ ਚਿਹਰੇ ਦਾ ਆਨੰਦ ਤੇ ਦੱਸਦਾ ਹੈ ਵੀ ਇਹਨੂੰ ਖੁਸ਼ੀ ਹੈ, ਪਰ ਉਹ ਗਲੂਏ ਚੋਂ ਬੋਲ ਕੇ ਨਹੀਂ ਦੱਸ ਸਕਦਾ। ਸੋ ਉਸ ਅਵਸਥਾ ਦਾ ਆਨੰਦ ਐਸਾ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਗਿਆਨ ਖੰਡੀਆਂ ਦੀ ਅਵਸਥਾ ਵਿੱਚ ਅਨਹਦ ਚੁਨਕਾਰ ਚੱਲ ਪੈਂਦੀ ਹੈ। ਇੱਕ ਰਸ ਰੱਬ ਦੇ ਗੀਤ ਉਹਨਾਂ ਦੇ ਜ਼ਿਹਨ ਵਿੱਚ ਚੱਲਣ ਲੱਗ ਪੈਂਦੇ ਨੇ। ਬਿਨੋਦ ਅੱਗੇ ਲਫ਼ਜ਼ ਵਰਤਿਆ ਹੈ, ਖੇਲ ਤਮਾਸ਼ੇ ਨੂੰ ਕਿਹਾ। ਬੰਦਾ ਤਮਾਸ਼ੇ ਵੇਖ ਕੇ, ਰੰਗੀਨੀ ਵੇਖ ਕੇ ਦੁਨੀਆ ਦੀ ਬੜਾ ਖੁਸ਼ ਹੁੰਦਾ ਹੈ। ਕਹਿੰਦੇ ਗਿਆਨ ਖੰਡੀਆਂ ਦੀ ਅਵਸਥਾ ਵਿੱਚ ਇੰਨਾ ਕੁ ਆਨੰਦ ਹੈ ਜਿੰਨਾ ਦੁਨਿਆਵੀ ਤਮਾਸ਼ਿਆਂ ਵਿੱਚ ਨਹੀਂ ਹੈ।
ਇੱਥੇ ਲਫ਼ਜ਼ ਨਾਲ ਵਰਤਿਆ ਹੈ ਕੋਡ ਆਨੰਦ। ਕੋਡ ਦਾ ਭਾਵ ਹੈ ਕਰੋੜਾਂ ਆਨੰਦ। ਉਹਦੇ ਸਾਵੇਂ ਦੁਨਿਆਵੀ ਆਨੰਦ ਨਹੀਂ ਟਿਕ ਸਕਦਾ ਜੋ ਅਨਹਦ ਨਾਦ ਦਾ ਆਨੰਦ ਹੈ। ਜੋ ਅਨਹਦ ਨਾਦ ਨੂੰ ਮਹਿਸੂਸ ਕਰਨ ਦਾ ਆਨੰਦ ਹੈ, ਉਹ ਪ੍ਰਸੰਨਤਾ ਬਿਆਨ ਨਹੀਂ ਕੀਤੀ ਜਾ ਸਕਦੀ। ਸੋ ਗਿਆਨ ਖੰਡੀਆਂ ਤੋਂ ਬਾਅਦ ਮਹਾਰਾਜ ਅਗਲੇ ਖੰਡ ਦਾ ਜ਼ਿਕਰ ਕਰਦੇ ਨੇ ਜਿਹਨੂੰ ਸਰਮ ਖੰਡ ਕਿਹਾ ਜਾਂਦਾ ਹੈ। ਸ਼ਰਮ ਲਫ਼ਜ਼ ਫਾਰਸੀ ਦਾ ਹੈ। ਆਪਾਂ ਕਹਿ ਦਿੰਦੇ ਨਾ ਸ਼ਰਮ ਕਰਿਆ ਕਰ, ਭਾਵ ਲੱਜਾ ਕਰ। ਇਹ ਸਾਡੇ ਪੰਜਾਬੀ ਜਾਂ ਹਿੰਦੀ ਦਾ ਲਫ਼ਜ਼ ਨਹੀਂ ਹੈ। ਦੂਸਰਾ ਸ਼ਰਮ ਆਪਾਂ ਸ਼ਰਮ ਨੂੰ ਕਹਿ ਦਿੰਦੇ ਹਾਂ, ਮੁਸ਼ੱਕਤ ਘਾਲਣ ਨੂੰ। ਇੱਥੇ ਖੰਡ ਲਫ਼ਜ਼ ਵਰਤਿਆ ਗਿਆ ਹੈ ਦਰਜੇ ਲਈ, ਭੂਮਿਕਾ ਲਈ, ਮੰਜ਼ਿਲ ਲਈ। ਜਿਹੜੇ ਸ਼ਰਮ ਖੰਡ ਵਿੱਚ ਟਿਕੇ ਹੋਏ ਉਪਾਸ਼ਕ ਨੇ, ਉਹਨਾਂ ਦਾ ਸੁਭਾਅ ਕੈਸਾ ਹੈ? ਉਹ ਸ਼ਰਮ ਬੜਾ ਕਰਦੇ ਨੇ। ਜਦੋਂ ਗਿਆਨ ਹਾਸਲ ਹੋ ਗਿਆ ਫਿਰ ਚੌਂਕੜਾ ਲਾ ਕੇ ਬਹਿ ਗਏ। ਸ਼ਰਮ ਸ਼ੁਰੂ ਹੋਇਆ ਕਿਉਂਕਿ ਗਿਆਨ ਖੰਡ ਵਿੱਚ ਉਹਨਾਂ ਨੇ ਖੰਡ ਬ੍ਰਹਿਮੰਡ ਤੇ ਵੇਖ ਲਏ ਸਨ, ਪਰ ਪਰਮਾਤਮਾ ਨਜ਼ਰੀ ਨਹੀਂ ਆਇਆ। ਪਰਮਾਤਮਾ ਦੇ ਦਿਦਾਰੇ ਕਰਨ ਲਈ ਸ਼ਰਮ ਸ਼ੁਰੂ ਹੋਇਆ, ਮੁਸ਼ੱਕਤ ਹੋਰ ਘਾਲਣੀ ਸ਼ੁਰੂ ਕੀਤੀ, ਚੌਂਕੜੇ ਲਾਉਣੇ ਸ਼ੁਰੂ ਕੀਤੇ, ਰੱਬ ਦੇ ਗੀਤ ਗਾਉਣੇ ਸ਼ੁਰੂ ਕੀਤੇ। ਇਹ ਇੱਕ ਉਦਮ ਦੀ ਅਵਸਥਾ ਦਾ ਬਿਆਨ ਹੈ। ਇਹ ਜਿਹੜਾ ਸ਼ਰਮ ਖੰਡ ਹੈ, ਇਹਦੇ ਵਿੱਚ ਜਿਹੜੇ ਮਹਾਤਮਾ ਟਿਕੇ ਹੋਏ ਨੇ, ਜਿਹੜੇ ਮੁਸ਼ੱਕਤ ਘਾਲਦੇ ਨੇ, ਜਿਹੜੇ ਮਿਹਨਤ ਕਰਦੇ ਨੇ, ਉਪਾਸਨਾ ਕਰਦੇ ਨੇ, ਜਿਹੜੇ ਦਿਨ ਰਾਤ ਇਕਾਗਰ ਚਿੱਤ ਹੋ ਕੇ ਚੌਂਕੜਾ ਲਾ ਕੇ ਬੈਠੇ ਰਹਿੰਦੇ ਨੇ, ਕਹਿੰਦੇ ਉਹਨਾਂ ਦੀ ਜਿਹੜੀ ਬਾਣੀ ਹੈ, ਬਾਣੀ ਲਫ਼ਜ਼ ਵਾਣੀ ਤੋਂ ਬਣਿਆ ਸੰਸਕ੍ਰਿਤ ਦਾ ਹੈ, ਜੋ ਗਲੂਏ ਚੋਂ ਬੋਲ ਨਿਕਲਦੇ ਨੇ। ਅੱਗੇ ਲਫ਼ਜ਼ ਹੈ ਰੂਪ, ਸੁੰਦਰਤਾ ਲਈ ਆਇਆ ਹੈ, ਚੰਗੀ ਸੂਰਤ ਨੂੰ ਕਹਿ ਦਿੱਤਾ ਜਾਂਦਾ। ਇਹ ਬੜਾ ਰੂਪਵਾਨ ਹੈ। ਸ਼ਰਮ ਖੰਡ ਵਿੱਚ ਜਿਹੜੇ ਨੇ ਸ਼ਰਮ ਕਰਦੇ ਨੇ, ਮੁਸ਼ੱਕਤ ਘਾਲਦੇ ਨੇ, ਉਹਨਾਂ ਦੀ ਬਾਣੀ ਬੜੀ ਸੁੰਦਰ ਹੁੰਦੀ ਹੈ, ਬੜੀ ਮਧੁਰ ਹੁੰਦੀ ਹੈ, ਬੜਾ ਮਿੱਠਾ ਬੋਲਦੇ ਨੇ। ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਨਾ, ਗੁਰਮੁਖ ਅੰਮ੍ਰਿਤ ਬਾਣੀ ਬੋਲਹਿ, ਸਭ ਆਤਮ ਰਾਮ ਪਛਾਣੀ, ਏਕੋ ਸੇਵਨ ਏਕ ਆਰਾਧ ਹੈ, ਗੁਰਮੁਖ ਅਕਥ ਕਹਾਣੀ। ਉਹਨਾਂ ਗੁਰਮੁਖਾਂ ਦੀ ਜਿਹੜੀ ਬਾਣੀ ਹੈ ਉਹ ਅੰਮ੍ਰਿਤ ਵਰਗੀ ਮਿੱਠੀ ਹੈ। ਭਾਵ ਉਹ ਜਿਹੜੀ ਅੰਮ੍ਰਿਤਮਈ ਬਾਣੀ ਉਚਾਰ ਰਹੇ ਨੇ ਨਾ, ਉਹਨਾਂ ਦੇ ਉਚਾਰਨ ਕਰਨ ਦੇ ਨਾਲ ਉਹਨਾਂ ਦੇ ਜੀਵਨ ਵਿੱਚ ਸਹਿਜ ਸ਼ਾਂਤੀ, ਅੰਮ੍ਰਿਤ ਵਰਗਾ ਆਨੰਦ ਪ੍ਰਾਪਤ ਹੋ ਗਿਆ। ਇੱਕ ਹੋਰ ਅਰਥ ਵੀ ਹੈ ਇਹਦਾ, ਵੀ ਜਿਹੜੇ ਉਹ ਗੁਰਮੁਖ ਜਨ ਅੰਮ੍ਰਿਤਮਈ ਬਾਣੀ ਪ੍ਰਗਟ ਕਰਦੇ ਨੇ, ਜਪਦੇ ਨੇ, ਉਹਨਾਂ ਦੀ ਸੰਗਤ ਵਿੱਚ ਬਹਿ ਕੇ ਜਿਹੜਾ ਵੀ ਉਹਨਾਂ ਪਾਸੋਂ ਬਾਣੀ ਸੁਣਦਾ ਹੈ, ਉਹਦੇ ਜੀਵਨ ਵਿੱਚ ਅੰਮ੍ਰਿਤ ਵਰਗੀ ਠੰਡਕ ਆ ਜਾਂਦੀ ਹੈ, ਸੁਖ ਆ ਜਾਂਦਾ ਹੈ, ਆਨੰਦ ਪ੍ਰਾਪਤ ਉਹਨਾਂ ਨੂੰ ਹੋ ਜਾਂਦਾ ਹੈ। ਸੋ ਸ਼ਰਮ ਕਰਨ ਵਾਲੇ ਉਪਾਸ਼ਕ, ਰੱਬ ਦੇ ਗੀਤ ਗਾਉਣ ਵਾਲੇ ਮਹਾਤਮਾ, ਉਹਨਾਂ ਦੀ ਬਾਣੀ ਬੜੀ ਮਧੁਰ ਹੁੰਦੀ ਹੈ, ਅੰਮ੍ਰਿਤ ਵਰਖਾ ਹੁੰਦੀ ਹੈ। ਉਹਨਾਂ ਦੇ ਗਲੂਏ ਮੁਬਾਰਕ ਚੋਂ ਮਿੱਠੇ ਬੋਲ ਹੁੰਦੇ ਨੇ ਉਹਨਾਂ ਦੇ। ਅੱਗੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਬਚਨ ਕਰਦੇ ਨੇ, ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਘਾੜਤ ਦਾ ਮਤਲਬ ਹੈ ਘੜਨਾ, ਗੜਨ ਕਰਨਾ। ਜਿਵੇਂ ਕਾਰੀਗਰ ਕੋਈ ਪੁਤਲਾ ਘੜਦਾ ਹੈ। ਅਨੂਪ ਦਾ ਮਤਲਬ ਅਤੀ ਉੱਤਮ, ਲਫ਼ਜ਼ਾਂ ਦੇ ਨਾਲ ਜਿਹਦੀ ਉਪਮਾ ਹੀ ਨਾ ਹੋ ਸਕੇ, ਏਡਾ ਸੁੰਦਰ, ਉਪਮਾ ਰਹਿਤ। ਦੇਖੋ, ਸ਼ਰਮ ਖੰਡ ਦੀ ਭਾਵ ਸ਼ਰਮ ਉਦਮ ਕਰਨ ਵਾਲਿਆਂ ਦੀ ਘਾੜਤ ਜਿਹੜੀ ਹੈ, ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੜੀ ਸੁੰਦਰ ਘੜ ਦਿੰਦੇ ਨੇ।
ਹੁਣ ਇੱਥੇ ਕਿਹੜੀ ਘਾੜਤ ਦੀ ਗੱਲ ਹੈ ਕਿ ਸਰੀਰ ਦੀ ਗੱਲ ਹੈ? ਨਹੀਂ, ਅੰਦਰ ਦੀ ਗੱਲ ਹੈ, ਅੰਤਸ਼ਕਰਨ ਦੀ। ਸਾਡਾ ਜਿਹੜਾ ਮਨ ਹੈ ਉਹ ਬੜਾ ਕਰੂਪ ਹੈ। ਕਾਹਦੇ ਨਾਲ ਉਹ ਮੈਲਾ ਹੈ, ਭੈੜਾ ਹੈ, ਭੱਦਾ ਹੈ, ਗੰਦਾ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਨਾਲ। ਜਦੋਂ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਸ਼ਰਮ ਕੀਤਾ, ਜੋ ਸਾਨੂੰ ਗਿਆਨ ਸੀ ਚੌਂਕੜਾ ਲਾ ਕੇ ਉਹਨੂੰ ਜੀਵਨ ਵਿੱਚ ਢਾਲਿਆ, ਅਭਿਆਸ ਕੀਤਾ, ਨਾਮ ਜਪਿਆ, ਤੋ ਉਹ ਨਾਮ ਜਪਣ ਦੇ ਨਾਲ ਵਿਕਾਰਾਂ ਦੀ ਮੈਲ ਲੈ ਗਈ ਤੇ ਮਨ ਜਿਹੜਾ ਸੀ ਸ਼ੁੱਧ ਸੋਨੇ ਵਰਗਾ ਹੋ ਗਿਆ। ਇਹ ਗੁਰੂ ਸਾਹਿਬ ਦੀ ਬਾਣੀ ਨੇ ਬੜੀ ਸੁੰਦਰ ਘਾੜਤ ਘੜ ਦਿੱਤੀ। ਲੋਭ, ਮੋਹ, ਹੰਕਾਰ ਦੀ ਮੈਲ ਸਾਡੀ ਦੂਰ ਕਰ ਦਿੱਤੀ। ਅੰਤਸ਼ਕਰਨ ਸਾਡਾ ਪਾਕ ਪਵਿੱਤਰ ਹੋ ਗਿਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਗੁਰਮੁਖ ਸੇਵਾ ਘਾਲ ਜਿਨ ਘਾਲੀ। ਜਿਨ੍ਹਾਂ ਨੇ ਚੌਂਕੜਾ ਲਾ ਕੇ ਘਾਲਣਾ ਘਾਲੀ ਹੈ, ਨਾਮ ਜਪਿਆ ਹੈ, ਤਿਸ ਘੜੀਐ ਸ਼ਬਦ ਸੱਚੀ ਟਕਸਾਲੀ। ਉਹਨਾਂ ਦਾ ਮਨ ਖੋਟੇ ਤੋਂ ਖਰੇ ਸਿੱਕੇ ਵਰਗਾ ਹੋ ਗਿਆ। ਟਕਸਾਲ ਕਹਿੰਦੇ ਨੇ ਜਿੱਥੇ ਕਰੰਸੀ ਬਣਦੀ ਹੈ, ਸਿੱਕੇ ਘੜੇ ਜਾਂਦੇ ਨੇ। ਤੋ ਦੇਖੋ ਤੁਸੀਂ, ਤਾਂਬਾ ਹੈ, ਕਾਂਸੀ ਹੈ, ਲੋਹਾ ਹੈ, ਕੋਈ ਵੀ ਧਾਤ ਹੈ, ਤਾਂ ਉਹਦੀ ਬੜੀ ਥੋੜ੍ਹੀ ਕੀਮਤ ਹੁੰਦੀ। ਜਦੋਂ ਉਹ ਸਿੱਕਿਆਂ ਦੇ ਰੂਪ ਵਿੱਚ ਹੋਵੇ ਤਾਂ ਉਹਦੀ ਕੀਮਤ ਵੱਧ ਜਾਂਦੀ ਹੈ। ਇੱਦਾਂ ਸਾਡੇ ਜੀਵਨ ਦੀ ਕੋਈ ਰੂਪ ਰੇਖਾ ਨਹੀਂ ਸੀ, ਵਿਕਾਰਾਂ ਵਿੱਚ ਗਲਤਾਨ ਸਾਂ। ਐਸਾ ਸ਼ਬਦ ਦੀ ਟਕਸਾਲ ਨੇ ਘੜਿਆ ਹੈ, ਖਰੇ ਸਿੱਕੇ ਵਰਗੇ ਹੋ ਗਏ। ਸੋ ਉੱਥੇ ਅੰਤਸ਼ਕਰਨ ਦੀ, ਮਨ ਦੀ ਸ਼ੁੱਧੀ ਕੀਤੀ ਜਾਂਦੀ ਹੈ। ਔਰ ਜਿਨ੍ਹਾਂ ਦੇ ਮਨ ਹੋ ਗਏ ਸੋਨੇ ਵਰਗੇ, ਪਾਰਸ ਵਰਗੇ, ਵਿਕਾਰਾਂ ਤੋਂ ਰਹਿਤ, ਜਿਨ੍ਹਾਂ ਨੂੰ ਸਤ, ਸੰਤੋਖ, ਦਇਆ, ਧਰਮ ਦਾ ਸੁਹੱਪਣ ਮਿਲ ਗਿਆ, ਸੋਹਣੀ ਘਾੜਤ ਮਿਲ ਗਈ, ਉਹਨਾਂ ਦੀ ਜਿਹੜੀ ਵਡਿਆਈ ਹੈ, ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਤਾਕੀਆ ਗੱਲਾ ਕਥੀਆ ਨਾ ਜਾਹੇ। ਇਹ ਜਿਹੜਾ ਗੱਲਹ ਲਫ਼ਜ਼ ਹੈ ਫਾਰਸੀ ਦਾ, ਇਹ ਵਰਤਿਆ ਜਾਂਦਾ ਹੈ ਵਗ ਦੇ ਲਈ, ਇਕੱਠ ਦੇ ਲਈ, ਅੱਜੜ ਦੇ ਲਈ। ਤੇ ਇੱਥੇ ਲਫ਼ਜ਼ ਹੈ ਗੱਲਾਂ। ਤੋ ਗੱਲਾਂ ਦਾ ਜਿਹੜਾ ਭਾਵ ਹੈ, ਪੰਜਾਬੀ ਵਿੱਚ ਗੱਲ ਦਾ ਬਹੁਵਚਨ ਹੈ ਗੱਲਾਂ। ਇੱਥੇ ਗੱਲਾਂ ਦਾ ਮਤਲਬ ਲਿਓ ਗੁਣ। ਜਿਨ੍ਹਾਂ ਦੇ ਮਨ ਸੋਨੇ ਵਰਗੇ ਸ਼ੁੱਧ ਹੋ ਗਏ, ਉਹਨਾਂ ਦੇ ਜਿਹੜੇ ਗੁਣ ਨੇ, ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ, ਉਹ ਚੰਮ ਦੀ ਜ਼ੁਬਾਨ ਗਾ ਕੇ ਅੰਤ ਨਹੀਂ ਪਾ ਸਕਦੀ। ਉਹਨਾਂ ਦੇ ਗੁਣਾਂ ਦਾ ਅੰਤ ਨਹੀਂ ਆਉਂਦਾ। ਉਹਨਾਂ ਦੀ ਅਜ਼ਮਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਸ਼ਰਮ ਖੰਡੀਏ ਜਿਹੜੇ ਉਪਾਸ਼ਕ ਨੇ, ਉਹ ਕਿੰਨੀ ਕੁ ਮੁਸ਼ੱਕਤ ਘਾਲਦੇ ਨੇ, ਕਿੰਨਾ ਕੁ ਉਦਮ ਕਰਦੇ ਨੇ, ਕਿੰਨੀ ਕੁ ਨਾਮ ਦੀ ਕਮਾਈ ਕਰਦੇ ਨੇ, ਭਗਤੀ ਕਰਦੇ ਨੇ, ਇਹ ਅਵਸਥਾ ਬਿਆਨ ਹੀ ਨਹੀਂ ਹੋ ਸਕਦੀ। ਉਹਨਾਂ ਅੰਦਰ ਕਿੰਨਾ ਕੁ ਮੋਹ ਹੈ ਪਰਮਾਤਮਾ ਦੀ ਪ੍ਰਾਪਤੀ ਦਾ, ਕੈਸੀ ਤੀਬਰ ਇੱਛਾ ਹੈ ਰੱਬ ਮਿਲ ਜਾਵੇ, ਉਹਨਾਂ ਨੂੰ ਕਹਿੰਦੇ ਬਿਆਨ ਨਹੀਂ ਹੋ ਸਕਦਾ। ਬੇਸ਼ੁਮਾਰ ਉਹਨਾਂ ਦੇ ਗੁਣ ਨੇ, ਜਿਹਦਾ ਅੰਤ ਨਹੀਂ ਆਉਂਦਾ। ਹਰ 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 ਜਨ ਊਤਮ, ਕਿਆ ਉਪਮਾ ਤਿਨ ਦੀਜੈ। ਰਾਮ ਨਾਮ ਤੁਲ ਔਰ ਨਾ ਉਪਮਾ, ਜਨ ਨਾਨਕ ਕਿਰਪਾ ਕਰੀਜੈ। ਹਰਿਆਂ ਭਰਿਆਂ ਕਰਨ ਵਾਲੇ ਪਰਮੇਸ਼ਵਰ ਦੇ ਜਿਹੜੇ ਪਿਆਰੇ ਨੇ, ਉਹਨਾਂ ਦੀ ਉਪਮਾ ਕਿੰਨੀ ਕੁ ਅਸੀਂ ਕਹੀਏ। ਅਸਲ ਦੇ ਵਿੱਚ ਕਹਿੰਦੇ ਉਹ ਐਸੀ ਅਵਸਥਾ ਦੇ ਮਾਲਕ ਨੇ, ਨਾਮ ਜਪ ਕੇ ਇੰਨੇ ਉੱਚੇ ਹੋ ਗਏ, ਸ਼ਬਦ ਬਣੇ ਹੀ ਨਹੀਂ ਉਹਨਾਂ ਦੀ ਉਪਮਾ ਕੀਤੀ ਜਾ ਸਕੇ। ਤੇ ਜੇ ਕੋਈ ਦਾਵਾ ਕਰੇ ਵੀ ਮੈਂ ਉਪਮਾ ਕਰ ਸਕਦਾ, ਹੁਣ ਸਿੱਧਾਂ ਨਾਲ ਗੁਰੂ ਨਾਨਕ ਸਾਹਿਬ ਵਿਚਾਰ ਕਰ ਰਹੇ ਸੀ, ਤੇ ਸਿੱਧਾਂ ਨੂੰ ਮਾਣ ਬੜਾ ਹੈ ਕਰਾਮਾਤ ਤੇ ਗਿਆਨ ਤੇ, ਕਹਿੰਦੇ ਅਸੀਂ ਅੰਤ ਪਾ ਲਵਾਂਗੇ ਉਹਨਾਂ ਮਹਾਤਮਾਵਾਂ ਦੇ ਗੁਣਾਂ ਦਾ। ਫਿਰ ਗੁਰੂ ਨਾਨਕ ਸਾਹਿਬ ਕਹਿੰਦੇ, ਜੇ ਕੋ ਕਹੈ ਪਿਛੈ ਪਛਤਾਏ। ਜੇ ਕੋਈ ਉਹਨਾਂ ਦੇ ਗੁਣਾਂ ਦਾ ਅੰਤ ਪਾਉਣ ਦਾ ਯਤਨ ਕਰੇ, ਉਹਨਾਂ ਦੇ
ਗੀਤ ਗਾਉਣ ਲੱਗ ਪਵੇ, ਉਹਨਾਂ ਦੇ ਗੁਣਾਂ ਨੂੰ ਬਿਆਨ ਕਰਨ ਲੱਗ ਪਵੇ, ਤੋ ਪਿੱਛੋਂ ਉਹਦੇ ਪੱਲੇ ਪਛਤਾਪ ਹੀ ਰਹਿ ਜਾਂਦਾ ਹੈ, ਪਛਤਾਵਾ ਹੀ ਰਹਿ ਜਾਂਦਾ ਹੈ। ਪੁੱਛੋ ਜੀ ਕਿਉਂ? ਜਦੋਂ ਆਪਾਂ ਕਿਸੇ ਕਰਮ ਨੂੰ ਹੱਥ ਪਾਉਨੇ ਆ, ਜੇ ਨੇਪਰੇ ਨਾ ਚੜੇ ਤੇ ਫਿਰ ਪਛਤਾਵਾ ਬੜਾ ਹੁੰਦਾ ਵੀ ਹਾਰ ਗਏ, ਕਾਰਜ ਨੇਪਰੇ ਨਹੀਂ ਚੜਿਆ। ਕਹਿੰਦੇ ਗੁਣਾਂ ਦਾ ਅੰਤ ਪਾਉਣ ਲਈ ਕਈ ਚੱਲ ਪਏ, ਗੁਣ ਗਾਉਣ ਲੱਗ ਪਏ, ਪਰ ਅਖੀਰ ਜਦੋਂ ਸਮਰੱਥ ਮਹਿਸੂਸ ਕੀਤਾ ਆਪਣੇ ਆਪ ਨੂੰ, ਜਦੋਂ ਗੁਣ ਗਾ ਕੇ ਅੰਤ ਪਾਇਆ ਨਾ ਗਿਆ, ਫਿਰ ਪਛਤਾਪ ਹੀ ਰਹਿ ਗਿਆ ਵੀ ਵਾਕਿਆ ਹੀ ਮਹਾਂਪੁਰਸ਼ਾਂ ਦੇ ਗੁਣਾਂ ਦਾ ਅੰਤ ਨਹੀਂ ਆ ਸਕਦਾ, ਅਸੀਂ ਐਵੇਂ ਖਪਦੇ ਰਹਿ ਗਏ। ਸਮੁੰਦਰ ਦਾ ਅੰਤ ਕਿੱਥੇ ਪੈਂਦਾ ਹੈ? ਹਾਂ, ਚੁੱਭੀ ਮਾਰ ਕੇ ਆਨੰਦ ਲੈਣਾ ਵੱਖਰੀ ਗੱਲ ਹੈ, ਸਾਧੂਆਂ ਦੀ ਸੰਗਤ ਕਰੋ, ਬੇਅੰਤ ਵਿੱਚ ਅਭੇਦ ਮਹਾਂਪੁਰਸ਼ਾਂ ਦਾ ਅੰਤ ਨਹੀਂ ਆਉਂਦਾ ਹੁੰਦਾ। ਅੱਗੇ ਗੁਰੂ ਨਾਨਕ ਸਾਹਿਬ ਬਚਨ ਕਰਦੇ ਨੇ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਸਰਮਖੰਡ ਦੀ ਜਿਹੜੀ ਅਵਸਥਾ ਹੈ, ਉੱਥੇ ਅੰਤਸ਼ਕਰਨ ਕਿੱਦਾਂ ਘੜਿਆ ਜਾਂਦਾ ਹੈ, ਕਿੱਦਾਂ ਪਾਕ ਪਵਿੱਤਰ ਹੁੰਦਾ ਹੈ ਮਨ, ਇਸ ਗੱਲ ਨੂੰ ਸਮਝਣ ਦਾ ਯਤਨ ਕਰਿਓ। ਇਹ ਜਿਹੜਾ ਅੰਤਸ਼ਕਰਨ ਹੈ ਨਾ, ਇਹਦੇ 4 ਹਿੱਸੇ ਨੇ। ਅੰਤਸ਼ਕਰਨ ਕਹਿੰਦੇ ਨੇ ਅੰਦਰ ਦੀ ਇੰਦਰੀ ਨੂੰ, ਤੁਸੀਂ ਮਨ ਵੀ ਕਹਿ ਦਿੰਦੇ ਹੋ, ਪਰ ਮਨ ਇਹਦਾ 4 ਹਿੱਸਿਆਂ ਚੋਂ ਇੱਕ ਹਿੱਸਾ ਹੈ। 4 ਹਿੱਸੇ ਕਿਹੜੇ ਨੇ? ਪਹਿਲਾ ਹਿੱਸਾ ਹੈ ਮਨ, ਜਿਹਦੇ ਕਰਕੇ ਸੰਕਲਪ ਵਿਕਲਪ ਫੁਰਦੇ ਨੇ, ਫੁਰਨੇ ਪੈਦਾ ਹੁੰਦੇ ਨੇ, ਆਸਾ ਪੈਦਾ ਹੁੰਦੀ ਹੈ। ਦੂਸਰਾ ਅੰਤਸ਼ਕਰਨ ਦਾ ਹਿੱਸਾ ਹੈ ਬੁੱਧ। ਤੋ ਬੁੱਧ ਦਾ ਭਾਵ ਹੈ ਜਿੱਥੋਂ ਵਿਚਾਰ ਪੈਦਾ ਹੁੰਦੀ ਹੈ, ਨਿਸ਼ਚਾ ਜਿੱਥੋਂ ਹੁੰਦਾ ਹੈ, ਉਹ ਸ਼ਕਤੀ ਜਿਹੜੀ ਭਲੇ ਤੇ ਬੁਰੇ ਦਾ ਨਿਰਣਾ ਕਰਨਾ ਸਾਨੂੰ ਸਿਖਾਉਂਦੀ ਹੈ। ਦੇਖੋ, ਕੁਝ ਮਨ ਨੂੰ ਪਿਆਰਾ ਲੱਗਾ ਤਾਂ ਉਹਦੇ ਪਿੱਛੇ ਦੌੜ ਪਿਆ, ਉੱਥੇ ਫਿਰ ਜਿਹੜੀ ਬੁੱਧੀ ਹੈ ਉਹ ਨਿਰਣਾ ਕਰਦੀ ਹੈ ਵੀ ਇਹ ਤੇਰੇ ਲਈ ਯੋਗ ਹੈ ਜਾਂ ਅਯੋਗ ਹੈ, ਫਾਇਦੇਦਾਇਕ ਹੈ ਜਾਂ ਨੁਕਸਾਨਦਾਇਕ ਹੈ, ਉਸ ਸ਼ਕਤੀ ਨੂੰ ਬੁੱਧ ਕਹਿ ਦਿੰਦੇ ਨੇ। ਤੀਸਰਾ ਅੰਤਸ਼ਕਰਨ ਦਾ ਭਾਗ ਹੈ ਚਿੱਤ, ਜਿਹਨੂੰ ਸੁਰਤ ਕਹਿੰਦੇ ਹੋ, ਜਿਹਦਾ ਕਰਮ ਹੈ ਚੇਤਾ ਰੱਖਣਾ, ਚੇਤਾ ਸ਼ਕਤੀ ਕਹਿ ਲਓ, ਸੋਝੀ ਵਾਲੀ ਸ਼ਕਤੀ, ਗਿਆਤ, ਧਿਆਨ, ਤਵੱਜੋ, ਸੁਚੇਤ ਪੁਣਾ, ਚੇਤਨਤਾ। ਚੌਥਾ ਅੰਤਸ਼ਕਰਨ ਦਾ ਹਿੱਸਾ ਹੈ ਅਹੰਕਾਰ, ਜਿਹਨੂੰ ਮਤ ਕਹਿੰਦੇ ਹੋ, ਪਦਾਰਥਾਂ ਨਾਲ ਮੋਹ, ਇਹ ਮੇਰਾ ਹੈ, ਇਹ ਮੇਰਾ ਹੈ, ਸਭ ਮੇਰਾ ਹੈ, ਜੋ ਹੰਕਾਰ ਹੈ ਸਾਡੇ ਅੰਦਰ। ਹੁਣ ਜਿਹੜੇ ਸ਼ਰਮ ਕਰਦੇ ਨੇ, ਬਾਣੀ ਦਾ ਅਭਿਆਸ ਕਰਦੇ ਨੇ, ਅਕਾਲ ਪੁਰਖ ਗੁਰੂ ਨਾਨਕ ਸਾਹਿਬ ਉਹਨਾਂ ਦੇ ਅੰਤਸ਼ਕਰਨ ਨੂੰ ਸ਼ੁੱਧ ਕਰਦੇ ਨੇ। ਹੁਣ ਦੇਖੋ, ਇਹ ਜਿਹੜਾ ਚਿੱਤ ਹੈ, ਇਹ ਜਿਹੜੀ ਸੁਰਤ ਹੈ, ਇਹਦੇ ਵਿੱਚ ਸੰਸਾਰ ਦੀ ਯਾਦ ਟਿਕੀ ਹੈ, ਨਿਰੰਕਾਰ ਤੇ ਭੁੱਲਿਆ ਹੋਇਆ ਸੀ। ਐਸੀ ਘਾੜਤ ਘੜ ਦਿੱਤੀ ਸ਼ਰਮ ਖੰਡੀਆਂ ਦੀ ਗੁਰੂ ਨਾਨਕ ਨੇ, ਅਕਾਲ ਪੁਰਖ ਨੇ, ਇਹਨਾਂ ਦੇ ਚੇਤੇ ਵਿੱਚ ਹੁਣ ਸੰਸਾਰ ਦਾ ਮੋਹ ਨਾ ਰਿਹਾ, ਕੇਵਲ ਨਿਰੰਕਾਰ ਦਾ ਮੋਹ ਰਹਿ ਗਿਆ। ਜਿਵੇਂ ਬਾਣੀ ਚਾਹੁੰਦਾ ਨਾ, ਸੋਭਾ ਸੁਰਤ ਸੁਹਾਵਣੀ, ਸਾਚੈ ਪ੍ਰੇਮ ਅਪਾਰ, ਬਿਨ ਪਿਰ ਪੁਰਖ ਨਾ ਜਾਣਈ, ਸਾਚੇ ਗੁਰ ਕੈ ਹੇਤ ਪਿਆਰ। ਉੱਚੀ ਸੁਰਤ ਹੋ ਗਈ, ਸੁਹਾਵਣੀ ਸੁਰਤ ਹੋ ਗਈ, ਕੇਵਲ ਪਰਮਾਤਮਾ ਦੇ ਪ੍ਰੇਮ ਦਾ ਹੀ ਚੇਤਾ ਹੈ, ਸੰਸਾਰ ਦਾ ਤਿਆਗ ਕਰ ਦਿੱਤਾ। ਫਿਰ ਜਿਹੜਾ ਅੰਤਸ਼ਕਰਨ ਦਾ ਹਿੱਸਾ ਮਤ ਸੀ, ਨਾਮ ਦੀ ਕਮਾਈ ਨਾਲ ਐਸੀ ਘਾੜਤ ਘੜੀ ਗਈ ਸਾਡੇ ਚਿੱਤ ਵਿੱਚ, ਸਾਡੀ ਮਤ ਵਿੱਚ ਹੰਕਾਰ ਨਾ ਰਿਹਾ, ਮੈਂ ਵਿਸਰ ਗਈ, ਸਭ ਤੇਰਾ ਹੀ ਤੇਰਾ ਹੋ ਗਿਆ।
ਜਿਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਮੋਦੀ ਖਾਨੇ ਜੌਬ ਕਰਦੇ ਨੇ ਨਾ ਸੁਲਤਾਨਪੁਰ, ਤੋ ਜਦੋਂ ਤੋਲ ਕੇ ਦੁਕਾਨਦਾਰ ਵੰਡਣ ਤਾਂ ਉਹਦਾ ਭਾਵ ਇਹ ਹੀ ਹੁੰਦਾ ਹੈ ਵੀ ਜਿਤਨੀ ਕੀਮਤ ਅਦਾ ਕੀਤੀ ਹੈ ਓਨਾ ਹੀ ਵੰਡੀਏ, ਵਧੇਰੇ ਨਾ ਚਲਿਆ ਜਾਵੇ, ਫਿਰ ਮਾਲਕ ਗੁੱਸੇ ਹੋਵੇਗਾ। ਹੁਣ ਮਹਾਰਾਜ ਜਦੋਂ ਵੀ ਤੋਲ ਲਾਉਂਦੇ ਨੇ 10 12 ਸ਼ੇਰ ਜਦੋਂ ਤੋਲਦੇ ਨੇ, ਉਹਨਾਂ ਦੀ ਗਿਣਤੀ 0 ਤੋਂ 1 ਤੋਂ ਸ਼ੁਰੂ ਹੋ ਕੇ ਫਿਰ ਜਾਂਦੀ ਹੈ 13 ਤੱਕ। ਜਦੋਂ 13 ਤੇ ਆਉਂਦੇ ਨੇ ਫਿਰ ਉੱਥੇ ਨਿਰਗੁਣ ਵਿੱਚ ਬਿਰਤੀ ਜੁੜ ਜਾਂਦੀ ਹੈ, 13 ਹੀ ਤੋਲੀ ਜਾਂਦੇ ਨੇ ਸਭ ਨੂੰ। ਤੋ ਸ਼ਿਕਾਇਤ ਹੋ ਗਈ ਵੀ ਨਾਜ਼ਮ ਤੇਰੇ ਮੋਦੀ ਖਾਨੇ ਦਾ ਜਿਹੜਾ ਤੇਰਾ ਚਾਕਰ ਹੈ ਬਾਬਾ ਨਾਨਕ, ਉਹ 13 ਤੋਲੀ ਜਾਂਦਾ ਹੈ। ਜੇ ਕੋਈ ਘੱਟ ਪੈਸੇ ਦਿੰਦਾ ਫਿਰ ਵੀ 13 ਤੋਲ ਦਿੰਦਾ, ਕੋਈ ਵੱਧ ਦਿੰਦਾ ਫਿਰ ਵੀ 13 ਤੋਲ ਦਿੰਦਾ। ਤੇਰਾ ਉਜਾੜਾ ਕਰ ਰਿਹਾ ਹੈ। ਤੇ ਨੌਕਰ ਜਿਹੜਾ ਨਾਲ ਕੰਮ ਕਰਦਾ ਸੀ ਗੁਰੂ ਨਾਨਕ ਸਾਹਿਬ ਦੇ, ਉਹਨੇ ਵੀ ਆਖਿਆ ਮਹਾਰਾਜ ਤੁਸੀਂ ਤੇ ਪਟਵਾਰੀ ਦੇ ਕਾਕੇ ਹੋ, ਜੇ ਘਾਟਾ ਪੈ ਵੀ ਗਿਆ ਮੋਦੀ ਖਾਨੇ ਤੁਸੀਂ ਜਰ ਜਾਓਗੇ, ਤੁਹਾਡਾ ਪਿਤਾ ਅਦਾ ਕਰ ਦੇਵੇਗਾ। ਮੈਂ ਗਰੀਬੜਾ, ਮੇਰੀ ਰੋਟੀ ਤੇ ਲੱਤ ਨਾ ਮਾਰੋ, ਮੇਰੀ ਵੀ ਨੌਕਰੀ ਜਾਂਦੀ ਰਹਿਣੀ ਹੈ, ਕਿਉਂ ਉਜਾੜਾ ਕਰਦੇ ਪਏ ਹੋ। ਸਭਾ ਬੈਠ ਗਈ, ਨਿਆਂ ਹੋਣ ਲੱਗਾ। ਸੁਲਤਾਨਪੁਰ ਲੋਧੀ ਦਾ ਨਾਜ਼ਮ ਬਹਿ ਗਿਆ। ਜਦੋਂ ਹਿਸਾਬ ਕਿਤਾਬ ਕਰਨ ਲੱਗੇ ਵੀ ਗੁਰੂ ਨਾਨਕ ਨੇ ਘਾਟਾ ਪਾਇਆ ਹੈ, ਉਜਾੜਾ ਹੋ ਗਿਆ ਹੋਵੇਗਾ, ਹਿਸਾਬ ਵਿੱਚ ਕੁਝ ਵੀ ਘਟਿਆ ਨਾ, ਚਰਨੀ ਪੈ ਗਏ ਗੁਰੂ ਨਾਨਕ ਸਾਹਿਬ ਦੇ ਨਾਜ਼ਮ ਹੋਣੀ ਤੇ ਸਭ ਨੌਕਰ ਚਾਕਰ ਸੁਲਤਾਨਪੁਰ ਦੇ ਲੋਕ। ਇਹ ਅਜ਼ਮਤੀ ਹੈ, ਕਰਾਮਾਤੀ ਹੈ। ਬਾਣੀ ਤੇ ਕਹਿੰਦੀ ਹੈ ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ। ਗੁਰੂ ਨਾਨਕ is the transcendent Lord. He got all the supernatural powers. ਸਭ ਅਜ਼ਮਤਾਂ ਦਾ ਮਾਲਕ ਹੈ ਗੁਰੂ ਨਾਨਕ। ਕਰਾਮਾਤ ਹੋਈ, ਕੁਝ ਵੀ ਨਾ ਘਟਿਆ। ਇੱਕ ਸਿੱਖਿਆ ਦਿੱਤੀ ਗੁਰੂ ਨਾਨਕ ਸਾਹਿਬ ਨੇ ਉਸ ਸਭਾ ਵਿੱਚ, ਕਹਿੰਦੇ ਬੰਦਾ ਜਦੋਂ ਵੀ ਉਜੜੇਗਾ ਉਹਦੇ ਉਜਾੜੇ ਦਾ ਕਾਰਨ ਮੈਂ ਹੋਵੇਗੀ, ਹੰਕਾਰ ਹੋਵੇਗਾ। ਜਿਹੜਾ 13 ਕਰਦਾ ਹੈ ਉਹ ਕਦੇ ਉਜੜਦਾ ਨਹੀਂ ਹੈ, ਉੱਥੇ ਖਜ਼ਾਨੇ ਭਰੇ ਹੀ ਰਹਿੰਦੇ ਨੇ ਜਿਹੜੇ ਪਰਮਾਤਮਾ ਦੇ ਨਾਮ ਲਾ ਦਿੱਤੇ ਜਾਂਦੇ ਨੇ। ਉਜਾੜਾ ਮੈਂ ਵਿੱਚ ਹੈ, ਤੂੰ ਵਿੱਚ ਨਹੀਂ। ਉਜਾੜਾ ਹੰਕਾਰ ਵਿੱਚ ਹੈ, ਅਕਾਲ ਪੁਰਖ ਦੇ ਨਾਮ ਵਿੱਚ ਨਹੀਂ। ਸੋ ਗੁਰੂ ਨਾਨਕ ਅਕਾਲ ਪੁਰਖ ਦੀ ਕਿਰਪਾ ਨਾਲ ਜਿਹੜੀ ਹੰਕਾਰ ਦੀ ਮਤ ਹੈ, ਮਤਤ ਭਾਵ ਮੱਧ, ਇਹ ਮਿਟ ਜਾਂਦਾ ਹੈ, 13 ਹੀ ਰਹਿ ਜਾਂਦਾ ਹੈ। ਜਿਹੜਾ ਅੰਤਸ਼ਕਰਨ ਦਾ ਹਿੱਸਾ ਮਨ ਹੈ, ਜਿੱਥੇ ਸੰਕਲਪ ਫੁਰਨੇ ਪੈਦਾ ਹੁੰਦੇ ਨੇ, ਵਿਕਲਪ ਕਲਪਨਾ ਪੈਦਾ ਹੁੰਦੀ ਹੈ। ਕਹਿੰਦੇ ਸ਼ਰਮ ਖੰਡੀਆਂ ਦੀ ਅਵਸਥਾ ਐਸੀ ਹੋ ਜਾਂਦੀ ਹੈ, ਉਹਨਾਂ ਦੇ ਮਨ ਵਿੱਚ ਸੰਕਲਪ ਵਿਕਲਪ ਮੈੜੇ ਜਿਹੜੇ ਫੁਰਨੇ ਨੇ ਉਹ ਪੈਦਾ ਹੀ ਨਹੀਂ ਹੁੰਦੇ। ਮੈਲੀ ਸੋਚ ਆਉਣੋਂ ਹੀ ਹਟ ਜਾਂਦੀ ਹੈ, ਉਹਨਾਂ ਦਾ ਮਨ ਪਾਕ ਪਵਿੱਤਰ ਹੋ ਜਾਂਦਾ ਹੈ। ਨਾਨਕ ਕਰਮੀ ਇਹ ਮਤ ਪਾਈ, ਗੁਰ ਪ੍ਰਸਾਦੀ ਸੱਚ ਸਮਾਈ। ਉਹਨਾਂ ਇਹ ਮਤ ਹਾਸਲ ਕਰ ਲਈ, ਉਹ ਪਰਮਾਤਮਾ ਦੇ ਗੀਤ ਗਾਉਂਦੇ ਨੇ। ਮੈਂ ਰਹਿ ਹੀ ਨਹੀਂ ਜਾਂਦੀ, 13 ਰਹਿ ਜਾਂਦਾ ਹੈ। ਉਹਨਾਂ ਦੇ ਮਨ ਵਿੱਚ ਆਸਾ ਮਨਸਾ ਖਤਮ ਹੋ ਜਾਂਦੀ ਹੈ, ਮੈਲੇ ਫੁਰਨੇ ਉਹਨਾਂ ਦੇ ਅੰਦਰ ਨਹੀਂ ਰਹਿੰਦੇ। ਅਗਲਾ ਫਿਰ ਜਿਹੜਾ ਅੰਤਸ਼ਕਰਨ ਦਾ ਹਿੱਸਾ ਹੈ, ਬੁੱਧ, ਜਿਹੜੀ ਨਿਰਣਾ ਕਰਦੀ ਹੈ ਵੀ ਇਹ ਯੋਗ ਹੈ ਜਾਂ ਇਹ ਗਲਤ ਹੈ, ਇਹ ਤੇਰੇ ਲਈ ਲਾਭਦਾਇਕ ਹੈ ਕੀਤਾ ਹੋਇਆ ਕਰਮ ਜਾਂ ਨੁਕਸਾਨਦਾਇਕ ਹੈ। ਕਹਿੰਦੇ ਉਹ ਜਿਹੜੀ ਬੁੱਧੀ ਸੀ ਉਹ ਸੰਸਾਰ ਵੱਲੋਂ ਪਲਟ ਕੇ ਨਿਰੰਕਾਰ ਵੱਲ ਹੋ ਗਈ, ਨਿਰੰਕਾਰ ਦੇ ਗੀਤ ਗਾਉਣ ਵੱਲ ਧਿਆਨ ਹੋ ਗਿਆ। ਜਦੋਂ ਇਉਂ ਅੰਤਸ਼ਕਰਨ ਦੇ ਚਾਰੋਂ ਭਾਗ ਸ਼ੁੱਧ ਹੋ ਗਏ, ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੀ ਕਿਰਪਾ ਨਾਲ ਜਗਿਆਸੂ ਦੀ, ਉਪਾਸ਼ਕ ਦੀ ਜਿਹੜੀ ਘਾੜਤ ਹੈ ਉਹ ਬੜੀ ਸੁੰਦਰ ਹੋ ਗਈ। ਉਹਦਾ ਮਨ ਬੜਾ
ਪੋਜ਼ਿਟਿਵਿਟੀ ਵਿੱਚ ਚਲਾ ਗਿਆ, ਚੜ੍ਹਦੀ ਕਲਾ ਵਿੱਚ ਚਲਾ ਗਿਆ, ਮਨ ਨਿਰਮਲ ਹੋ ਗਿਆ, ਪਾਕ ਪਵਿੱਤਰ ਹੋ ਗਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਨਾ ਰਹੀ। ਜਿਵੇਂ ਕਬੀਰ ਜੀ ਕਹਿੰਦੇ ਨੇ, ਕਹਿ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿਧ ਪਾਈ। ਨਾਮ ਦੇ ਅਭਿਆਸ ਨੇ, ਗੁਰੂ ਦੀ ਕਿਰਪਾ ਨੇ। ਕਬੀਰ ਜੀ ਕਹਿੰਦੇ ਮੇਰੀ ਬੁੱਧ ਹਰ ਲਈ, ਭਾਵ ਜਿਹੜੀ ਸੋਚ ਸਦਾ ਸੰਸਾਰ ਵੱਲ ਹੀ ਖਿੱਚੀ ਜਾਂਦੀ ਸੀ, ਉਹ ਸੰਸਾਰ ਵੱਲੋਂ ਪਲਟ ਕੇ ਨਿਰੰਕਾਰ ਵੱਲ ਚੱਲ ਪਈ, ਅਕਾਲ ਪੁਰਖ ਵੱਲ ਚੱਲ ਪੈਂਦੀ ਹੈ। ਸੋ ਇਹ ਜਿਹੜੇ ਅਕਾਲ ਪੁਰਖ ਵੱਲ ਅੰਤਸ਼ਕਰਨ ਨੂੰ ਚਲਾ ਲੈਂਦੇ ਨੇ, ਸ਼ੁੱਧਤਾ ਹੋ ਜਾਂਦੀ ਹੈ ਜਿਨ੍ਹਾਂ ਦੇ ਮਨ ਦੀ, ਉਹਨਾਂ ਦੀ ਘਾੜਤ ਸੁੰਦਰ ਹੈ, ਉਹਨਾਂ ਦੀ ਦੁਨੀਆ ਤੇ ਸ਼ੋਭਾ ਆਉਂਦੀ ਹੈ। ਅੱਗੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ। ਇੱਥੇ ਲਫ਼ਜ਼ ਵਰਤਿਆ ਹੈ ਸੁਰਾ, ਦੇਵਤਿਆਂ ਨੂੰ ਕਹਿੰਦੇ ਨੇ। ਮਹਾਰਾਜ ਇੱਕ ਨਾਲ ਲਫ਼ਜ਼ ਵਰਤਦੇ ਨੇ ਸਿੱਧਾ, ਇਹ ਸਿੱਧਾਂ ਲਈ ਲਫ਼ਜ਼ ਵਰਤਿਆ ਹੈ। ਸਿੱਧ ਹੁੰਦੇ ਨੇ ਜਿਨ੍ਹਾਂ 'ਚ ਬੜੀਆਂ ਅਜ਼ਮਤਾਂ ਨੇ, ਕਰਾਮਾਤਾਂ ਨੇ, ਜੋ ਸ਼ਕਤੀ ਦੇ ਮਾਲਕ ਹੋ ਜਾਂਦੇ ਨੇ, ਸੁਪਰ ਨੈਚੁਰਲ ਪਾਵਰਸ ਦੇ ਮਾਲਕ, ਮਿਰਾਕੂਲਸ ਪਾਵਰਸ ਜਿਨ੍ਹਾਂ ਨੂੰ ਮਿਲ ਜਾਂਦੀਆਂ ਨੇ। ਜਿਵੇਂ ਬਾਣੀ 'ਚ ਆਉਂਦਾ ਨਾ, ਅਸ਼ਟ ਸਿੱਧ ਨਵ ਨਿਧ ਇਹ ਕਰਮ ਪ੍ਰਾਪਤ ਜਿਸ ਨਾਮ ਦੇਹ। ਨਾਮ ਨੂੰ ਜਪ ਕੇ ਰਿੱਧੀਆਂ ਸਿੱਧੀਆਂ ਦੇ ਮਾਲਕ ਬਣ ਜਾਂਦੇ ਨੇ। ਸ਼ਰਮ ਕਰਨ ਵਾਲੇ, ਉਪਾਸ਼ਨਾ ਕਰਨ ਵਾਲੇ ਜਿਹੜੇ ਉਪਾਸ਼ਕ ਨੇ, ਉਹਨਾਂ ਨੂੰ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਸਿੱਧਾਂ ਵਰਗੀ ਅਜ਼ਮਤ, ਦੇਵਤਿਆਂ ਵਰਗੀ ਅਜ਼ਮਤ, ਇਹਨਾਂ ਵਰਗੀ ਸੁੱਧ ਅਕਲ ਗਿਆਨ ਦੇ ਦਿੰਦੇ ਨੇ। ਭਾਵ ਉਹ ਆਮ ਇਨਸਾਨ ਦੇਵਤਿਆਂ ਦੇ ਤੁਲ ਹੋ ਜਾਂਦਾ ਹੈ, ਜਿਹੜਾ ਸਰਮਖੰਡ ਦੇ ਵਿੱਚ ਟਿਕਿਆ ਹੋਇਆ ਹੈ। ਮੈਲੇ ਤੋਂ ਮੈਲੇ ਨੂੰ ਪਾਤਸ਼ਾਹ ਦੇਵਤਿਆਂ ਵਰਗਾ ਪਾਕ ਪਵਿੱਤਰ ਬਣਾ ਦਿੰਦੇ ਨੇ। ਕਦੇ ਤੁਸੀਂ ਇਤਿਹਾਸ ਪੜ੍ਹਿਓ, ਸੱਜਣ ਠੱਗ ਦਾ ਨਾਮ ਤੁਸੀਂ ਸਭ ਨੇ ਸੁਣਿਆ ਹੈ। ਪੁਰਾਤਨ ਜਨਮ ਸਾਖੀ ਪੜ੍ਹਿਓ, ਉਹਦੇ ਵਿੱਚ ਜ਼ਿਕਰ ਹੈ ਵੀ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਪਿਆਰੇ ਸਿੱਖ ਨੇ, ਭਾਈ ਮਰਦਾਨਾ ਜੀ ਨੇ, ਭਾਈ ਬਾਲਾ ਜੀ ਨੇ। ਹੁਣ ਜਿਹੜਾ ਸ਼ਹਿਰ ਸੈਦਪੁਰ ਹੈ, ਜਿਹਨੂੰ ਆਪਾਂ ਏਮਨਾਬਾਦ ਵੀ ਕਹਿੰਦੇ ਹਾਂ, ਇੱਧਰ ਨੂੰ ਮਹਾਰਾਜ ਚੱਲ ਕੇ ਗਏ, ਲੋਕਾਂ ਨੂੰ ਕੁਕਰਮਾਂ ਤੋਂ ਹਟਾ ਰਹੇ ਸਨ। ਭਾਈ ਲਾਲੋ ਜੀ ਨੂੰ ਮਿਲੇ, ਆਪਣੇ ਪਿਆਰੇ ਸਿੱਖ ਨੂੰ, ਲੋਕਾਈ ਨੂੰ ਤਾਰ ਕੇ ਅੱਗੇ ਵੱਧ ਗਏ। ਜਾਤ ਪਾਤ, ਛੂਆ ਛਾਤ ਮਿਟਾਉਂਦੇ ਹੋਏ, ਮੁਰਦਾਰ ਖਾਣ ਤੋਂ ਲੋਕਾਈ ਨੂੰ ਵਰਜਦੇ ਹੋਏ, ਬਗਾਨਾ ਹੱਕ ਮਾਰਨ ਤੋਂ ਲੋਕਾਈ ਨੂੰ ਰੋਕਦੇ ਹੋਏ, ਸ਼ੁਭ ਸਿੱਖਿਆ ਵੰਡਦੇ ਹੋਏ, ਅਕਾਲ ਪੁਰਖ ਦੇ ਨਾਮ ਨਾਲ ਜੋੜਦੇ ਹੋਏ ਰਾਏ ਭੋਏ ਦੀ ਤਲਵੰਡੀ ਮੋੜ ਆਏ। ਇੱਥੇ ਸੰਗਤਾਂ ਨੂੰ ਦਰਸ਼ਨ ਦਿੱਤੇ। ਰਾਏ ਬੁਲਾਰ ਜੀ ਨੂੰ ਵੀ ਤਾਰਿਆ, ਜੋ ਰਾਜਾ ਸੀ। ਕੁਝ ਸਮਾਂ ਮਾਤਾ ਤ੍ਰਿਪਤਾ ਜੀ ਦੇ ਕੋਲ ਰਹੇ। ਇੱਥੋਂ ਫਿਰ ਤਪਦੀ ਹੋਈ ਲੋਕਾਈ ਨੂੰ ਠਾਰਨ ਦੇ ਲਈ, ਅੱਜ ਕੱਲ੍ਹ ਦਾ ਪਾਕਿਸਤਾਨ ਸਮਝ ਲਓ, ਜ਼ਿਲ੍ਹਾ ਮੁਲਤਾਨ ਦੇ ਪਿੰਡ ਤੁਲੰਬੇ ਪਹੁੰਚ ਗਏ ਨੇ। ਕਿਉਂ ਵਿਚਰ ਰਹੇ ਨੇ? ਭਾਈ ਗੁਰਦਾਸ ਕਹਿੰਦੇ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਫਕੀਰੀ ਵੇਸ਼ ਧਾਰ ਕੇ, ਉਪਰਾਮਤਾ ਵਾਲਾ, ਲੋਕਾਈ ਨੂੰ, ਧਰਤੀ ਨੂੰ ਸੋਧਣ ਦੇ ਲਈ, ਲੋਕਾਈ ਦਾ ਸੁਧਾਰ ਕਰਨ ਦੇ ਲਈ, ਅਕਾਲ ਪੁਰਖ ਨਾਲ ਜੋੜਨ ਦੇ ਲਈ ਮਹਾਰਾਜ ਚੱਲ ਪਏ। ਉੱਥੇ ਇੱਕ ਵੈਸ਼ਨਵ ਮਤ ਨਾਲ ਸੰਬੰਧਿਤ ਸੀ ਸੱਜਣ, ਸ਼ੇਖ ਵੀ ਉਹਨੂੰ ਕਹਿ ਦਿੰਦੇ ਸਨ, ਕਿਉਂਕਿ ਪੈਸਾ ਬੜਾ ਸੀ, ਸੇਠ ਵੀ ਸੀ ਤੇ ਨਾਲ ਆਪਣੇ ਆਪ ਨੂੰ ਧਾਰਮਿਕ ਆਗੂ ਵੀ ਅਖਵਾਉਂਦਾ ਸੀ। ਅੱਛਾ, ਬਾਹਰੋਂ ਲਿਬਾਸ ਫਕੀਰੀ ਵਾਲਾ ਹੈ, ਪਰ ਅੰਦਰ ਕਪਟ ਹੈ। ਬਾਹਰੋਂ ਸਾਧ ਹੈ, ਅੰਦਰੋਂ ਠੱਗ ਹੈ।
ਮੂੰਹ ਦਾ ਮਿੱਠਾ ਹੈ, ਅੰਦਰੋਂ ਜ਼ਹਿਰ ਦਾ ਭਰਿਆ ਹੋਇਆ ਹੈ। ਪਿੰਡ ਵਿੱਚ ਵੱਡੀ ਹਵੇਲੀ ਸੀ ਇਸ ਦੀ। ਲੋਕਾਈ ਨੂੰ ਗੁੰਮਰਾਹ ਕਰਨ ਦੇ ਲਈ, ਆਪਣੇ ਆਪ ਨੂੰ ਸੁਲਾ ਕੁਲ ਦਰਸਾਉਣ ਦੇ ਲਈ ਹਿੰਦੂਆਂ ਦੇ ਲਈ ਇੱਕ ਮੰਦਿਰ ਬਣਾਇਆ ਸੀ ਘਰ ਵਿੱਚ, ਮੁਸਲਮਾਨਾਂ ਲਈ ਇੱਕ ਮਸਜਿਦ ਬਣਾਈ ਸੀ, ਤੇ ਆਏ ਗਏ ਮੁਸਾਫਰਾਂ ਲਈ ਇੱਕ ਸਰਾਂ ਬਣਾਈ ਸੀ, ਟਿਕੋ ਇੱਥੇ, ਆਰਾਮ ਕਰੋ ਇੱਥੇ। ਜਦੋਂ ਕੋਈ ਮੁਸਾਫਰ ਰਾਤ ਕੱਟਣ ਆਉਂਦਾ ਤਾਂ ਬੜੇ ਚਾਅ ਦੇ ਨਾਲ ਅਗਲੇ ਨੂੰ ਦਿਖਾਉਂਦਾ ਵੀ ਮੈਂ ਤੇਰੀ ਸੇਵਾ ਕਰ ਰਿਹਾ ਹਾਂ। ਬੜਾ ਆਦਰ ਸਤਿਕਾਰ ਦਿੰਦਾ, ਚੰਗਾ ਭੋਜਨ ਛਕਾਉਂਦਾ, ਚੰਗਾ ਬਿਸਤਰਾ ਦਿੰਦਾ, ਸਰਾਂ ਦੇ ਵਿੱਚ ਆਰਾਮ ਕਰਵਾਉਂਦਾ। ਤੇ ਜਦੋਂ ਯਾਤਰੂ ਸੌਂ ਜਾਂਦਾ, ਉਹਦੇ ਕੋਲ ਜਿਹੜਾ ਵੀ ਧਨ ਹੁੰਦਾ ਸੀ ਉਹਨੂੰ ਲੁੱਟ ਲੈਂਦਾ, ਤੇ ਨਾਲ ਨਾਲ ਧਨ ਦੇ ਮਾਲਕ ਦਾ ਕਤਲ ਕਰ ਦਿੰਦਾ ਵੀ ਕਿਧਰੇ ਸ਼ਿਕਾਇਤ ਨਾ ਕਰ ਦਵੇ। ਇੱਕ ਤੇ ਹੁੰਦੇ ਨੇ ਠੱਗ, ਜਿਹੜੇ ਫਾਲੀ ਖਾਂਦੇ ਨੇ ਤੋੜ ਕੇ। ਇੱਕ ਐਸੇ ਡਾਕੂ ਹੁੰਦੇ ਨੇ ਜਿਹੜੇ ਰੋਖੀ ਹਜਮ ਕਰ ਜਾਂਦੇ ਨੇ ਸਾਰੇ ਦਾ ਸਾਰਾ। ਅੱਜ ਕੱਲ੍ਹ ਦੇ ਲੀਡਰ ਇੱਦਾਂ ਦੇ ਨੇ। ਕੁਝ ਰਾਜੇ ਤੇ ਐਸੇ ਸਨ ਜਿਹੜੇ ਥੋੜ੍ਹਾ ਬਹੁਤਾ ਹੱਕ ਪ੍ਰਜਾ ਦਾ ਖਾਂਦੇ ਸਨ, ਤੇ ਕਈ ਇੱਦਾਂ ਦੇ ਆਗੂ ਹੁੰਦੇ ਨੇ ਛੱਡਦੇ ਹੀ ਕੁਝ ਨਹੀਂ। ਕੁਝ ਚੌਥਾ ਹਿੱਸਾ ਖਾਂਦੇ ਨੇ, ਕੁਝ ਚਾਰੇ ਹਿੱਸੇ ਹੀ ਹੜੱਪ ਕਰ ਜਾਂਦੇ ਨੇ। 99% ਆਗੂ ਅੱਜ ਇੱਦਾਂ ਦੇ ਹੀ ਨੇ। ਹਾਂ, ਲਿਬਾਸ ਕੋਈ ਵੀ ਹੋ ਸਕਦਾ ਹੈ, ਝੰਡੀ ਕੋਈ ਵੀ ਹੋ ਸਕਦੀ ਹੈ, ਚੋਣ ਨਿਸ਼ਾਨ ਕੋਈ ਵੀ ਹੋ ਸਕਦਾ ਹੈ, ਸਾਰੇ ਹੀ ਠੱਗ। ਕਲਯੁਗ ਦੇ ਰਾਜਿਆਂ ਦੇ ਲੱਛਣ ਬਾਣੀ ਵਿੱਚ ਜਗ੍ਹਾ ਜਗ੍ਹਾ ਨੇ। ਨਵਾਂ ਤਰੀਕਾ ਜ਼ਰੂਰ ਅਪਣਾ ਲੈਂਦੇ, ਨਵਾਂ ਚੋਣ ਨਿਸ਼ਾਨ ਜ਼ਰੂਰ ਪ੍ਰਗਟ ਕਰ ਲੈਂਦੇ, ਨਵਾਂ ਲਿਬਾਸ ਜ਼ਰੂਰ ਪਾ ਲੈਂਦੇ ਵੀ ਅਸੀਂ ਬੜੇ ਪਾਕ ਪਵਿੱਤਰ ਹਾਂ, ਪਰ ਇਹ ਸੱਜਣ ਠੱਗ ਵਰਗੇ ਹੀ ਨੇ ਬਹੁਤੇ। ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਡਾਲਾ ਸਿਓ ਪੇਡਾ ਗਟਕਾਵੈ ਹੈ, ਐਸੇ ਸੰਤ ਨਾ ਮੋਕੋ ਭਾਵੈ ਹੈ। ਇਹ ਮੈਨੂੰ ਇੱਦਾਂ ਦੇ ਲੋਕ ਨਹੀਂ ਪਾਉਂਦੇ ਲਿਬਾਸ ਸਾਧੂਆਂ ਵਾਲਾ, ਤੇ ਅੰਦਰ ਸੋਚ ਐਸੀ ਠੱਗਾਂ ਵਾਲੀ ਹੈ, ਡਾਲੀਆਂ ਸਮੇਤ ਫਲ ਸਾਰਾ ਹੀ ਰੁੱਖ ਖਾ ਜਾਂਦੇ ਨੇ, ਕੁਝ ਵੀ ਨਹੀਂ ਛੱਡਦੇ। ਇੱਦਾਂ ਦਾ ਠੱਗ ਸੀ ਜਿਹਦਾ ਨਾਮ ਸ਼ੇਖ ਸੱਜਣ ਹੈ। ਬਾਹਰੋਂ ਸੰਤ ਬਿਰਤੀ ਦੇਖਣ ਨੂੰ ਜਾਪਦੀ ਹੈ, ਬਾਹਰੋਂ ਹੰਸ ਜਾਪਦਾ ਹੈ, ਅੰਦਰ ਦਾ ਬਗਲਾ ਹੈ। ਹੋਰ ਕੋਈ ਇਹਦੇ ਅੰਦਰ ਸੇਵਾ ਭਾਵਨਾ ਨਹੀਂ ਸੀ। ਕਦੇ ਸ਼ਿਕਾਰੀ ਵੱਲ ਧਿਆਨ ਦਿਓ, ਜਦੋਂ ਪੰਛੀਆਂ ਨੂੰ ਪਕੜਦਾ ਹੈ ਨਾ, ਉਹ ਜਾਲ ਵਿਛਾਉਂਦਾ ਹੈ, ਉਹ ਚੋਗਾ ਖਿਲਾਰਦਾ ਹੈ। ਉਹ ਚੋਗਾ ਪੰਛੀਆਂ ਦੀ ਭੁੱਖ ਦੂਰ ਕਰਕੇ ਪਰਉਪਕਾਰ ਲਈ ਨਹੀਂ ਖਿਲਾਰਦਾ। ਅਸਲ ਵਿੱਚ ਜਦੋਂ ਚੋਗੇ ਨੂੰ ਚੁਗਣ ਪੰਛੀ ਆਉਂਦੇ ਨੇ, ਜਾਲ ਵਿੱਚ ਫਸ ਜਾਂਦੇ ਨੇ। ਇਹ ਜਿਹੜਾ ਲੰਗਰ ਲਾਉਂਦਾ ਸੀ ਨਾ, ਜਿਹੜੀ ਸਰਾਂ ਬਣਾਈ ਸੀ ਮੁਸਾਫਰਾਂ ਦੇ ਰਾਤ ਕੱਟਣ ਲਈ, ਇਹ ਤੇ ਚੋਗਾ ਹੀ ਖਿਲਾਰਿਆ ਸੀ ਉਹਨੇ। ਤੇ ਜਦੋਂ ਫਿਰ ਕੋਈ ਪੰਛੀ ਆਣ ਫਸਦਾ, ਰਾਤ ਰਹਿਣ ਆ ਜਾਂਦਾ, ਫਿਰ ਉਹਦੀ ਜਾਨ ਵੀ ਜਾਂਦੀ, ਧਨ ਦੌਲਤ ਵੀ ਚਲੀ ਜਾਂਦੀ। ਸੋ ਸੱਜਣ ਠੱਗ ਵਰਗੇ ਪਾਪੀਆਂ ਨੂੰ ਸਿੱਧੇ ਰਸਤੇ ਪਾਉਣ, ਉਹਨਾਂ ਦਾ ਅੰਤਸ਼ਕਰਨ ਉਜਲ ਕਰਨ ਗੁਰੂ ਨਾਨਕ ਸਾਹਿਬ ਇਸ ਨਗਰ ਵਿੱਚ ਆ ਗਏ। ਬਾਣੀ ਦਾ ਫਰਮਾਨ ਹੈ, ਭੂਲੇ ਕਉ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਭੁੱਲਿਆਂ ਨੂੰ ਸਿੱਧੇ ਰਸਤੇ ਤੇ ਪਾਉਣ ਲਈ ਗੁਰੂ ਨਾਨਕ ਸਾਹਿਬ ਵਿਚਰਦੇ ਨੇ। ਮਹਾਰਾਜ ਸ਼ੇਖ ਸੱਜਣ ਦੀ ਹਵੇਲੀ ਪਹੁੰਚੇ। ਜਦੋਂ ਸੱਜਣ ਠੱਗ ਨੇ ਗੁਰਾਂ ਦੇ ਚਿਹਰੇ ਦਾ ਨੂਰ ਵੇਖਿਆ, ਉਹਨੂੰ ਇਹ ਤੇ ਸਮਝ ਨਾ ਪਈ ਵੀ ਇਹ ਨੂਰ ਚਿਹਰੇ ਤੇ ਇਸ ਲਈ ਹੈ ਕਿਉਂਕਿ ਪ੍ਰਮਾਤਮਾ ਦਾ ਸਰੂਪ ਹੈ ਗੁਰੂ ਨਾਨਕ। ਵੈਸੇ ਨਾਮ ਜਪਣ ਵਾਲਿਆਂ ਦੇ ਤੇ ਉਹਦਾ ਹੀ ਨੂਰ ਹੁੰਦਾ ਚਿਹਰੇ ਤੇ। ਇਹਨੇ ਸਮਝ ਇਹ ਹਾਸਲ ਕੀਤੀ ਹੈ ਵੀ ਇਹ ਕਿਸੇ ਵੱਡੇ ਖੱਤਰੀ ਘਰਾਣੇ ਦਾ ਨੌਜਵਾਨ ਲੜਕਾ ਹੈ। ਲਿਬਾਸ ਭਾਵੇਂ ਸਾਦਾ ਹੈ, ਪਰ ਇਹਦੇ ਕੋਲ ਧਨ ਦੌਲਤ ਹੋਵੇਗੀ, ਤੋ ਇਹਦੀ ਮੈਂ ਸੇਵਾ ਕਰਾਂ ਤੇ ਇਹਨੂੰ ਲੁੱਟ ਖਸੁੱਟ ਲਵਾਂਗਾ।
ਸੱਜਣ ਠੱਗ ਨੇ ਫਿਰ ਚਾਕਰੀ ਸ਼ੁਰੂ ਕੀਤੀ। ਕਪਟ ਤੇ ਉਤਰਿਆ ਏ, ਕਹਿੰਦਾ ਮਹਾਰਾਜ ਭੋਜਨ ਛਕੋ। ਗੁਰੂ ਨਾਨਕ ਸਾਹਿਬ ਨੇ ਨਾ ਛਕਿਆ, ਕਿਉਂਕਿ ਇਹਦਾ ਜਿਹੜਾ ਭੋਜਨ ਹੈ ਕੋਈ ਮੁਸ਼ੱਕਤ ਘਾਲ ਕੇ ਕੀਤੀ ਹੋਈ ਕਮਾਈ ਦੇ ਵਿੱਚੋਂ ਥੋੜ੍ਹਾ ਇਹ ਅਨਾਜ ਆਇਆ ਸੀ। ਇਹ ਤੇ ਲੋਕਾਂ ਦਾ ਲਹੂ ਪੀਤਾ ਸੀ, ਇਹ ਤੇ ਮੁਰਦਾਰ ਸੀ, ਲੋਕਾਂ ਦਾ ਹੱਕ ਖਾਧਾ ਹੋਇਆ, ਜੋ ਮਾਲ ਮੱਤਾ ਸੀ ਉਹਦੇ ਚੋਂ ਭੋਜਨ ਬਣਿਆ ਸੀ। ਕਹਿੰਦਾ ਠੀਕ ਹੈ ਜੀ, ਜੇ ਤੁਸੀਂ ਭੋਜਨ ਨਹੀਂ ਕਰਨਾ ਤੇ ਆਸਣ ਲੱਗਾ ਹੈ, ਬਿਸਤਰੇ ਵਿਛੇ ਹੋਏ ਨੇ, ਲੇਟ ਜਾਓ, ਆਰਾਮ ਕਰ ਲਓ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੀ ਆਰਾਮ ਵੀ ਨਹੀਂ ਕਰਨਾ। ਚੌਂਕੜਾ ਲਾ ਕੇ ਬੈਠੇ ਹੋਏ ਅਕਾਲ ਪੁਰਖ ਨਿਰਗੁਣ ਦੇ ਗੀਤ ਗਾਉਂਦੇ ਨੇ। ਜਦੋਂ ਜਿੱਦ ਕਰਨ ਲੱਗਾ ਮਹਾਰਾਜ ਛਕ ਲਓ, ਸੌਂ ਜਾਓ, ਆਰਾਮ ਕਰ ਲਓ, ਤੇ ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ ਸੀ, ਕਹਿੰਦੇ ਸ਼ੇਖ ਸੱਜਣ, ਜਿਸ ਕਾਰਜ ਲਈ ਸਾਨੂੰ ਪਰਮ ਈਸ਼ਵਰ ਨੇ ਦੁਨੀਆ ਤੇ ਭੇਜਿਆ ਹੈ, ਜਿਸ ਕਾਰਜ ਲਈ ਅਸੀਂ ਤੇਰੇ ਪਿੰਡ ਆਏ ਹਾਂ, ਪਹਿਲਾਂ ਉਹ ਕਰ ਲਈਏ, ਆਰਾਮ ਫਿਰ ਕਰਾਂਗੇ। ਕਹਿੰਦਾ ਜੀ ਉਹ ਕਿਹੜਾ ਕਾਰਜ ਹੈ? ਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਭਾਈ ਮਰਦਾਨਿਆਂ, ਰਬਾਬ ਛੇੜ ਬਾਣੀ ਆਈ ਹੈ, ਗਲੂਏ ਚੋਂ ਬੋਲ ਪ੍ਰਗਟ ਹੋਏ ਉਜਲ, ਕਹਿਹਾ ਚਿਲਕਣਾ ਘੋਟਮ ਕਾਲੜੀ ਮਸ। ਕਹਿਹਾ ਦਾ ਮਤਲਬ ਹੁੰਦਾ ਕਾਂਸੀ, ਤੇ ਕਾਂਸੀ ਦਾ ਭਾਂਡਾ ਵੇਖਣ ਨੂੰ ਬੜਾ ਚਮਕੀਲਾ ਹੁੰਦਾ ਹੈ, ਤੇ ਜਦੋਂ ਤਰਾਮੇ ਨਾਲ ਬਣੇ ਹੋਏ ਭਾਂਡੇ ਨੂੰ ਮਲੀਦਾ ਹੈ ਨਾ, ਮਾਂਜੀਦਾ ਹੈ, ਤੋ ਉਹਦੇ ਹੇਠੋਂ ਕਾਲਖ ਨਿਕਲਦੀ ਰਹਿੰਦੀ ਹੈ, ਉਹ ਕਦੇ ਉਜਲ ਨਹੀਂ ਹੋ ਸਕਦਾ। ਮਹਾਰਾਜ ਇਹ ਪੜ੍ਹੀ ਗਏ ਨੇ ਤੇ ਨਾਲ ਨਾਲ ਚੋਟ ਹੁੰਦੀ ਗਈ ਹੈ ਸ਼ੇਖ ਸੱਜਣ ਦੇ ਜ਼ਿਹਨ ਵਿੱਚ। ਸਮਝਾ ਇਹ ਰਹੇ ਨੇ, ਲਿਬਾਸ ਤੇਰਾ ਬੜਾ ਉਜਲ ਹੈ, ਸੰਤਾਂ ਵਾਲਾ, ਪਰ ਸ਼ੇਖ ਸੱਜਣ ਜਦੋਂ ਅੰਦਰ ਵੇਖੀਏ ਨਾ ਤੇਰੇ ਵਿਕਾਰਾਂ ਦੀ ਕਾਲਖ, ਠੱਗਾਂ ਦੀ ਕਾਲਖ, ਹੋਰ ਕੁਝ ਵੀ ਨਹੀਂ ਹੈ। ਧੋਤਿਆ ਝੂਠ ਨਾ ਉਤਰੈ, ਜੇ 100 ਧੋਵਾਂ ਤਿਸ। 100 ਵਾਰ ਧੋ ਲਓ, ਕਾਂਸੀ ਦੇ ਭਾਂਡੇ ਨੂੰ ਉਹ ਸੁੱਚਾ ਨਹੀਂ ਹੋਵੇਗਾ, ਉਹਦੇ ਅੰਦਰ ਕਾਲਖ ਹੀ ਰਵੇਗੀ। ਮਹਾਰਾਜ ਕਹਿੰਦੇ ਸੱਜਣ ਸਈ ਨਾਲ ਮੈਂ, ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਇਹ ਜਿਹੜੇ ਤੂੰ ਕਰਮ ਕਰਦਾ ਹੈ, ਇਹ ਤੇਰਾ ਸਾਥ ਨਹੀਂ ਨਿਭਾਉਣਗੇ ਦਰਗਾਹ ਵਿੱਚ। ਉਹਨਾਂ ਕਰਮਾਂ ਨੂੰ ਸੱਜਣ ਬਣਾ, ਉਹ ਕਰਮ ਕਰ ਜਿਹੜੇ ਦਰਗਾਹ ਵਿੱਚ ਅਗਾਹੀ ਭਰਨ। ਕਹਿੰਦੇ ਐ ਸ਼ੇਖ ਸੱਜਣ, ਤੇਰੇ ਹਾਲਾਤ ਕੁਝ ਐਸੇ ਨੇ, ਬੱਗਾ ਬੱਗੇ ਕੱਪੜੇ, ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਣੇ, ਬੱਗੇ ਨਾ ਕਹੀਨ। ਹੁਣ ਬਗਲਾ ਰਹਿੰਦਾ ਹੈ ਤੀਰਥ ਤੇ ਵੇਖਣ ਨੂੰ ਹੰਸ ਵਰਗਾ ਲੱਗਦਾ ਹੈ। ਤੀਰਥ ਤੇ ਸੰਤ ਵੀ ਰਹਿੰਦੇ ਨੇ, ਸੰਤਾਂ ਵਰਗਾ ਲਿਬਾਸ ਪਾ ਕੇ ਸਾਖਤ ਵੀ ਰਹਿੰਦੇ ਨੇ। ਹੁਣ ਬਗਲਾ ਜਦੋਂ ਡੱਡੀ ਮੱਛੀ ਖਾਂਦਾ ਹੈ ਤੇ ਇੱਕ ਗੱਲ ਸਮਝ ਪੈਂਦੀ ਹੈ ਵੀ ਤੀਰਥ ਤੇ ਆਇਆ ਕਿਤੇ ਸੁਭਾਅ ਥੋੜਾ ਬਦਲ ਗਿਆ ਆਪਦਾ, ਉਹਨੇ ਸ਼ਿਕਾਰ ਖੇਡਣਾ ਥੋੜਾ ਛੱਡ ਦਿੱਤਾ, ਜੀਵ ਹੱਤਿਆ ਥੋੜਾ ਛੱਡ ਦਿੱਤੀ ਹੈ। ਇੱਦਾਂ ਧਾਰਮਿਕ ਲਿਬਾਸ ਪਾ ਕੇ ਤੀਰਥ ਤੇ ਜੇ ਕੋਈ ਟਿਕਿਆ ਹੈ, ਸਾਧ ਖਵਾਉਂਦਾ ਹੈ, ਤੇ ਭੁਲੇਖਾ ਨਾ ਖਾ ਜਾਇਓ ਵੀ ਵਾਕਿਆ ਹੀ ਜੈਸਾ ਬਾਹਰੋਂ ਉੱਜਲ ਹੈ ਅੰਦਰੋਂ ਵੀ ਉੱਜਲ ਹੋਵੇਗਾ। ਕਈ ਉੱਥੇ ਠੱਗੀ ਮਾਰਨ ਨੂੰ ਹੀ ਬੈਠੇ ਹੁੰਦੇ ਨੇ ਬਗਲੇ ਵਾਂਗ। ਕਹਿੰਦੇ ਤੂੰ ਹੈ ਬਗਲਾ, ਦਿਖਾਵਾ ਹੰਸ ਦਾ ਕਰ ਰਿਹਾ ਹੈ। ਚਾਕਰੀਆਂ ਚਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁਟੈ ਦਿੱਤ। ਇਹ ਚਾਕਰੀਆਂ ਛੱਡ, ਇਹ ਪਖੰਡ ਛੱਡ, ਇਹ ਚਤੁਰਤਾ ਛੱਡ, ਚਲਾਕੀਆਂ ਛੱਡ। ਜੇ ਲਿਬਾਸ ਸਾਧਾਂ ਵਾਲਾ ਪਾਇਆ ਹੀ ਤੇ ਕਰਨੀ ਸਾਧਾਂ ਵਾਲੀ ਕਰ ਲਾ। ਚੌਂਕੜਾ ਲਾ ਕੇ ਰੱਬ ਦੇ ਗੀਤ ਗਾ, ਬੱਧਾ ਛੁੱਟ ਜਾਵੇਂਗਾ, ਵਿਕਾਰਾਂ ਤੋਂ ਛੁੱਟ ਜਾਵੇਂਗਾ, ਨਾਮ ਦੇ ਅਭਿਆਸ ਨਾਲ ਮੈਲ ਲੈ ਜਾਵੇਗੀ, ਉੱਜਲ ਹੋ ਜਾਵੇਂਗਾ। ਹੁਣ
ਸ਼ੇਖ ਸੱਜਣ ਇਹ ਬੋਲ ਸੁਣਦਾ ਗਿਆ, ਹਰ ਬੋਲ ਨੇ ਅੰਦਰ ਵਿੰਨ ਦਿੱਤਾ, ਚੱਕਰਿਤ ਹੋ ਗਿਆ ਵੀ ਮੈਂ ਗੁਰਾਂ ਨਾਲ ਤੇ ਕੋਈ ਠੱਗੀ ਮਾਰੀ ਨਹੀਂ, ਤੇ ਜਿਨ੍ਹਾਂ ਨਾਲ ਠੱਗੀ ਮਾਰੀ ਹੈ ਉਹ ਜ਼ਿੰਦਾ ਨਹੀਂ ਛੱਡਿਆ, ਤੇ ਗੁਰੂ ਨਾਨਕ ਨੂੰ ਮੇਰੀ ਕਰਤੂਤ ਦਾ ਪਤਾ ਕਿਵੇਂ ਲੱਗ ਗਿਆ। ਤੁਸੀਂ ਸਮਝਿਓ ਕਿਵੇਂ ਪਤਾ ਲੱਗਾ ਹੈ। ਬੰਦੇ ਦੀ ਪਹੁੰਚ ਹੈ ਚੰਮ ਤਾਈਂ, ਚਿਹਰੇ ਤਾਈਂ, ਤਾਂ ਹੀ ਤੇ ਬੰਦਾ ਧੋਖਾ ਖਾ ਲੈਂਦਾ ਹੈ। ਉਹ ਚਿਹਰਾ ਕੁਝ ਹੋਰ ਕਹਿੰਦਾ ਲੋਕਾਂ ਦਾ, ਅੰਦਰ ਕਰਤੂਤ ਕੁਝ ਹੋਰ ਹੁੰਦੀ ਹੈ। ਚਿਹਰੇ ਤੇ ਹਾਸਾ, ਆਓ ਜੀ ਬੈਠੋ ਜੀ ਮਹਾਰਾਜ ਜੀ, ਤੇ ਅੰਦਰ ਦਾਤਰੀ ਕੱਢੀ ਫਿਰਦੇ, ਯਾਰਾਂ ਦੀਆਂ ਹੀ ਜੜ੍ਹਾਂ ਵੱਢਦੇ ਨੇ। ਬੰਦੇ ਦੀ ਪਹੁੰਚ ਮਨ ਤੱਕ ਹੈ ਹੀ ਨਹੀਂ ਹੈ। ਜਿਹੜਾ ਗੁਰੂ ਪਰਮੇਸ਼ਰ ਹੈ ਨਾ, ਉਹਦੀ ਪਹੁੰਚ ਮਨ ਤਾਈਂ ਹੁੰਦੀ ਹੈ, ਉਹ ਚੰਮ ਨਹੀਂ ਵੇਂਦਾ। ਇਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਗੁਰ ਪੂਰਾ ਭੇਟਿਓ ਬਡਭਾਗੀ ਅੰਤਰਜਾਮੀ ਸੁਗੜ ਸੁਜਾਨ, ਹਾਥ ਦੇ ਰਾਖੇ ਕਰ ਆਪਣੇ ਬੜ ਸਮਰੱਥ, ਨਿਮਾਣਿਆਂ ਕੋ ਮਾਣ। ਨਿਮਾਣਿਆਂ ਦਾ ਮਾਣ ਵੱਡਾ ਸਮਰੱਥ ਗੁਰੂ ਨਾਨਕ ਦੇਵ ਅੰਦਰ ਦੀ ਕਰਤੂਤ ਜਾਣਦਾ ਹੈ, ਉਹਦੇ ਤੋਂ ਕੁਝ ਲੁਕਿਆ ਨਹੀਂ ਰਹਿ ਸਕਦਾ। He is absolutely all powerful, ਕੁਝ ਵੀ ਉਹਦੇ ਤੋਂ ਬਾਹਰ ਨਹੀਂ ਹੈ। ਸਮਝ ਪੈ ਗਈ ਗੁਰੂ ਤੇ ਅੰਤਰਜਾਮੀ, ਮੇਰੇ ਅੰਦਰ ਦੀ ਕਰਤੂਤ ਸਮਝ ਗਿਆ, ਅਸਚਰਜਤਾ ਵਿੱਚ ਚਲਿਆ ਗਿਆ। ਜਦੋਂ ਹੈਰਾਨ ਹੋ ਗਿਆ, ਅੰਦਰ ਤੱਕ ਹਿੱਲ ਗਿਆ, ਅੰਦਰੋਂ ਕੰਬ ਗਿਆ, ਗੁਰੂ ਨਾਨਕ ਦੇ ਚਰਨ ਪਕੜ ਲਏ। ਗੁਰੂ ਨਾਨਕ ਦੀ ਨਜ਼ਰੇ ਨਿਆਮਤ ਹੋਈ, ਐਸੀ ਬਖਸ਼ਿਸ਼ ਹੋਈ ਉਸ ਸ਼ਬਦ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ। ਕਹਿੰਦੇ ਮਨ ਉਜਲ ਹੋ ਗਿਆ, ਮਨ ਦੇ ਵਿਕਾਰ ਮਿਟ ਗਏ। ਜਿਵੇਂ ਸੂਰਜ ਦੇ ਚੜ੍ਹਿਆਂ ਹਨੇਰਾ ਉੱਡਦਾ ਹੈ, ਸ਼ੇਰ ਦੇ ਦਹਾੜਿਆਂ ਮ੍ਰਿਗ ਦੌੜ ਜਾਂਦੇ ਨੇ, ਗੁਰੂ ਨਾਨਕ ਦੇ ਗਰਜਦਿਆਂ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਚੋਰੀ, ਯਾਰੀ, ਠੱਗੀ ਜਾਂਦੀ ਰਹੀ। ਸਤ, ਸੰਤੋਖ, ਦਇਆ, ਧਰਮ ਪ੍ਰਾਪਤ ਹੋਏ। ਗੁਰੂ ਸਾਹਿਬ ਨੇ ਥਾਪੜਾ ਦਿੱਤਾ, ਉੱਠ ਪੁਰਖਾ, ਤੇਰੇ ਪਾਪ ਅਸੀਂ ਮਿਟਾ ਦਿੱਤੇ ਨੇ, ਧਰਮ ਦਾ ਰਾਹ ਪਕੜ, ਦਇਆ ਧਾਰ, ਮੁਸਾਫਰਾਂ ਨੂੰ ਲੁੱਟਣਾ ਛੱਡ। ਜਿਹੜੀ ਹਵੇਲੀ ਵਿੱਚ ਪਿੰਜਰ ਹੀ ਪਿੰਜਰ ਨੇ, ਜਿਹੜੀ ਹਵੇਲੀ ਵਿੱਚ ਕਤਲੋ ਗੈਰਤ ਮੱਚੀ ਰਹਿੰਦੀ ਸੀ, ਅੱਜ ਤੋਂ ਤੇਰੀ ਹਵੇਲੀ ਧਰਮਸ਼ਾਲਾ ਬਣ ਗਈ, ਗੁਰਦੁਆਰਾ ਬਣ ਗਈ। ਘਰ ਘਰ ਅੰਦਰ ਧਰਮਸਾਲ ਹੋਏ, ਕੀਰਤਨ ਸਦਾ ਵਿਸੋਆ। ਹੁਣ ਸਿੱਖੀ ਦਾ ਇਹ ਕੇਂਦਰ ਬਣੇਗਾ। ਸੱਜਣ ਠੱਗ ਨੂੰ ਇੱਕ ਨਦਰ ਨਾਲ, ਸ਼ਬਦ ਦੀ ਬਰਕਤ ਨਾਲ ਸੱਜਣ ਸੰਤ ਬਣਾ ਦਿੱਤਾ। ਜਿਹੜਾ ਕਦੇ ਕਾਂਸੀ ਵਰਗਾ ਆਪਣਾ ਚਿੱਤ ਰੱਖਦਾ ਸੀ, ਅੱਜ ਸ਼ੁੱਧ ਸੋਨੇ ਵਰਗਾ ਕਰ ਦਿੱਤਾ। ਸੁੰਦਰ ਘਾੜਤ ਘੜ ਦਿੱਤੀ ਗੁਰੂ ਨਾਨਕ ਸਾਹਿਬ ਨੇ। ਸੱਜਣ ਠੱਗ ਦੀ ਹਵੇਲੀ ਧਰਮਸ਼ਾਲਾ ਬਣ ਗਈ। ਇਹਨੂੰ ਕਹਿੰਦੇ ਨੇ ਬਲਿਹਾਰੀ ਗੁਰ ਆਪਣੇ, ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਦੇਵਤੇ ਬਣਾ ਦਿੰਦਾ ਹੈ ਗੁਰੂ। ਭਾਈ ਸਾਹਿਬ ਭਾਈ ਨੰਦ ਲਾਲ ਨੇ ਨਾ ਇੱਕ ਫਾਰਸੀ ਵਿੱਚ ਬਚਨ ਕਿਹਾ ਹੈ, ਆਬੇ ਹਯਾਤ ਮਾ ਸੁਖ ਨੇ ਪੀਰੇ ਕਾਮਿਲ ਅਸਤ, ਦਿਲ ਹਾਏ ਮੁਰਦ ਹੈ ਰਾ ਬੇਕੁਨਦ, ਜ਼ਿੰਦਾ ਹੈ ਉਹ ਖਲਾਸ। ਕਹਿੰਦਾ ਮੇਰੇ ਮੁਰਸ਼ਦ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਬਾਣੀ ਮੁਰਦਿਆਂ ਨੂੰ ਜ਼ਿੰਦਾ ਕਰਦੀ ਹੈ, ਮਲਕ ਬਣਾ ਦਿੰਦੀ ਹੈ, ਇਨਸਾਨ ਨੂੰ ਦੇਵਤੇ ਬਣਾ ਦਿੰਦੀ ਹੈ। ਸੋ ਇਹਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹੜੇ ਸ਼ਰਮ ਖੰਡੀਏ ਨੇ, ਜਿਹੜੇ ਗੁਰੂ ਦੀ ਸ਼ਰਨ ਨੇ, ਉਪਾਸ਼ਕ ਚਰਨ ਪਕੜ ਲੈਂਦੇ ਨੇ, ਉਹਨਾਂ ਦੀ ਮੱਤ, ਉਹਨਾਂ ਦਾ ਅੰਤਸ਼ਕਰਨ, ਉਹਨਾਂ ਦੀ ਬੁੱਧ, ਉਹਨਾਂ ਦੀ ਸੁਰਤੀ, ਉਹਨਾਂ ਦੀ ਅਜ਼ਮਤ, ਉਹਨਾਂ ਦਾ ਗਿਆਨ, ਉਹਨਾਂ ਦੀ ਚਤੁਰਤਾ ਸਿੱਧਾਂ ਵਰਗੀ, ਦੇਵਤਿਆਂ ਵਰਗੀ ਹੋ ਜਾਂਦੀ ਹੈ। ਉਹਨਾਂ ਨੂੰ ਲੋਕਾਈ ਪੂਜਣ ਲੱਗ ਪੈਂਦੀ ਹੈ। ਅੱਗੇ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਦਰਸਾਉਣਗੇ ਕਰਮਖੰਡ ਕੀ ਹੈ, ਤੋ ਕਰਮਖੰਡ ਤੋਂ ਬਾਅਦ ਅੱਗੇ ਸੱਚਖੰਡ ਚੱਲਣਾ ਹੈ। ਸੋ ਇੱਥੋਂ ਤਾਈਂ ਤਿੰਨਾਂ ਖੰਡਾਂ ਦੀ ਸਮਾਪਤੀ ਹੈ।
ਤੇ ਕਰਮਖੰਡ ਦੇ ਵਿੱਚ ਬਰਕਤਾਂ ਹੋਰ ਵੱਧ ਜਾਂਦੀਆਂ ਨੇ। ਗਲੂਏ ਚੋਂ ਬੋਲ ਜਿਹੜੇ ਨੇ ਪੱਥਰ ਤੇ ਲਕੀਰ ਬਣਨ ਲੱਗ ਪੈਂਦੇ ਨੇ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ। ਬਚਨ ਦੇ ਬਲੀ ਪੈਦਾ ਹੋ ਜਾਂਦੇ ਨੇ। ਅਖੀਰਲਾ ਖੰਡ ਫਿਰ ਸੱਚਖੰਡ ਹੁੰਦਾ ਹੈ, ਜਿੱਥੇ ਪਰਮੇਸ਼ਵਰ ਦੀ ਪ੍ਰਾਪਤੀ ਹੁੰਦੀ ਹੈ। ਸੋ ਜਿਹੜਾ ਵੀ ਜਪਜੀ ਸਾਹਿਬ ਬਾਣੀ ਨੂੰ 18 10 20 ਪੜ੍ਹੇਗਾ, ਧਿਆਨ ਲਾਵੇਗਾ, ਉਹ ਸੱਚਖੰਡ ਦੀ ਪ੍ਰਾਪਤੀ ਵਾਲਾ ਹੋਵੇਗਾ। ਪਰਮਾਤਮਾ ਵਿੱਚ ਅਭੇਦ ਹੋਵੇਗਾ। ਉਹਦੇ ਗੁਣਾਂ ਦਾ ਕੋਈ ਅੰਤ ਨਹੀਂ। ਰਸਨਾ ਏਕ ਅਨੇਕ ਗੁਣ ਪੂਰਨ, ਜਨ ਕੀ ਕੇਤਕ ਉਪਮਾ ਕਹੀ ਹੈ। ਉਹਦੀ ਉਪਮਾ ਦਾ ਕੋਈ ਅੰਤ ਨਹੀਂ ਰਹਿ ਜਾਵੇਗਾ। ਸੋ ਇਹ ਅਗੰਮੀ ਬਾਣੀ ਜਪਜੀ ਸਾਹਿਬ ਭਵ ਸਾਗਰ ਤੋਂ ਤਾਰਨੇ ਵਾਲੀ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਹੋ ਕਢਾਏ। ਇਹ ਬਾਣੀ ਸਤ ਹੈ, ਮੁਕਤੀ ਦੇਣ ਵਾਲੀ ਹੈ ਬਾਣੀ। ਗੁਰੂ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਥਾਰੇ। ਪ੍ਰਤੱਖ ਦੁਨੀਆ ਜਾਣਦੀ ਹੈ, ਰੋਗਾਂ ਸੋਗਾਂ ਤੋਂ 84 ਲੱਖ ਜੂਨਾਂ ਤੋਂ ਬਾਣੀ ਪਾਰ ਲੈ ਜਾਂਦੀ ਹੈ। ਯੂ ਵਿਲ ਬੀ ਐਮੈਂਸੀਪੇਟਡ। ਜਪਜੀ ਸਾਹਿਬ ਪੜ੍ਹਿਆ ਸੁਣਿਆ ਕਰ, ਮੁਕਤੀ ਮਿਲੇਗੀ। ਔਰ ਸਿੱਖਾਂ ਦਾ ਤੇ ਨਿਯਮ ਰਿਹਾ ਹੈ, ਇਸ਼ਨਾਨ ਕਰਕੇ ਪਹਿਲਾਂ ਜਪਜੀ ਸਾਹਿਬ ਨਿਤਨੇਮ ਜਪਜਾਪ ਸਵਈਏ ਚੌਪੀ ਆਨੰਦ ਕਰਦੇ ਨੇ, ਤੇ ਫਿਰ ਭੋਜਨ ਨੂੰ ਮੂੰਹ ਲਾਉਂਦੇ ਨੇ। ਇਹ ਸ਼ੁਕਰੀਆ ਅਦਾ ਕਰਨਾ ਹੁੰਦਾ ਹੈ ਗੁਰੂ ਪਰਮੇਸ਼ਰ ਦਾ, ਵੀ ਤੁਹਾਡਾ ਦਿੱਤਾ ਹੀ ਅੰਨ ਖਾਂਦੇ ਹੈ। ਜੇ ਕਿਰਤ ਤੇ ਚੱਲਿਓ ਫਿਰ ਬਾਣੀ ਪੜ੍ਹ ਕੇ ਜਾਓ, ਤੁਹਾਡੀ ਬਖਸ਼ਿਸ਼ ਨਾਲ ਹੀ ਕਿਰਤ ਸੋਹਣੀ ਚੱਲਦੀ ਹੈ। ਹਰ ਕਾਰਜ ਲਈ ਬਾਣੀ ਪੜ੍ਹਿਆ ਕਰੋ, ਕਾਰਜ ਸਭੋ ਫਿਰ ਸਫਲੇ ਹੁੰਦੇ ਨੇ। ਵਿਘਨਾਂ ਦਾ ਖਾਤਮਾ ਹੋ ਜਾਂਦਾ ਹੈ। ਇਉਂ ਅਗੰਮੀ ਬਾਣੀ ਦੀ ਵਿਚਾਰ ਕਰਦਿਆਂ ਤਰੁੱਟੀਆਂ ਬੇਅੰਤ ਰਹਿ ਜਾਂਦੀਆਂ ਨੇ। ਆਪ ਸੰਗਤ ਨੇ ਖਿਮਾ ਕਰ ਦੇਣੀ, ਗੁਰੂ ਸਾਹਿਬ ਬਖਸ਼ ਲੈਣ। ਦਾਸ ਇੱਥੇ ਹੀ ਵਿਚਾਰ ਨੂੰ ਸੰਕੋਚਦਾ ਹੈ। ਗੁਰੂ ਕੇ ਸਮੂਹ ਵਜ਼ੀਰ ਸਾਹਿਬਾਨ ਜੋ ਬੰਗਲਾ ਸਾਹਿਬ ਸੇਵਾ ਕਰਦੇ ਨੇ, ਉਹਨਾਂ ਦਾ ਧੰਨਵਾਦ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ, ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਾ ਧੰਨਵਾਦ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਧਰਮ ਪ੍ਰਚਾਰ ਕਮੇਟੀ ਦਾ ਧੰਨਵਾਦ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ, ਇਹ ਜੀਵਨ ਸਫਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।